ਜਦੋਂ ਓਪੋਜੀਸ਼ਨ 'ਚ ਹੁੰਦੇ ਆ ਐਮਐਲਏ ਉਦੋਂ ਬਹੁਤ ਕੁਝ ਕਹਿੰਦੇ ਆ ਜੀ, ਪਰ ਜਦੋਂ ਉਹ ਸੀਟ ਉਹਨਾਂ ਐਮਐਲਏ ਨੂੰ ਮਿਲ ਜਾਂਦੀ ਆ ਜਾਂ ਕਿਸੇ ਆਵਾਮ ਨੂੰ ਮਿਲ ਜਾਂਦੀ ਆ, ਜਾਂ ਲਾ ਲਓ ਸੀਐਮ ਭਗਵੰਤ ਸਾਹਿਬ ਨੂੰ ਸੀਐਮ ਦੀ ਕੁਰਸੀ ਮਿਲ ਗਈ, ਜਿਹੜੀ ਗੱਲ ਕਰਦੇ ਸੀ ਮੁਹੱਲਿਆਂ ਤੋਂ, ਜਿਹੜੀ ਗੱਲ ਕਰਦੇ ਸੀ ਕਸਬਿਆਂ 'ਚੋਂ, ਜਿਹੜੀ ਗੱਲ ਕਰਦੇ ਸੀ ਪਿੰਡਾਂ 'ਚੋਂ, ਸਰਕਾਰ ਚਾਹੇ ਪਿੰਡਾਂ 'ਚੋਂ ਚੱਲੇ ਚਾਹੇ ਕਸਬਿਆਂ 'ਚੋਂ ਚੱਲੋ, ਪਰ ਉਹ ਵਾਅਦੇ 'ਤੇ ਖਰੇ ਰਹਿਣਾ ਚਾਹੀਦਾ। ਸਰਕਾਰ ਜਿੱਥੋਂ ਮਰਜ਼ੀ ਚਲਾ ਲਵੇ, ਪਰ ਮੇਰਾ ਇੱਕ ਮੰਨਣਾ ਹੈ ਸਰਕਾਰ ਪੰਜਾਬ ਦੀ ਦਿੱਲੀ ਤੋਂ ਨਹੀਂ ਚੱਲਣੀ ਚਾਹੀਦੀ। ਸੀਐਮ ਸਾਹਿਬ ਨੇ ਬੜੀਆਂ ਗੱਲਾਂ ਕੀਤੀਆਂ, ਪਰ ਉਹਦੇ ਵਿੱਚ ਉਹਨਾਂ ਨੇ ਮੂੰਗੀ ਬਾਰੇ ਵੀ ਕਿਹਾ। ਅਸੀਂ ਲੋਕਾਂ ਨੂੰ ਅਵੇਅਰ ਕਰਕੇ, ਕਿਸਾਨਾਂ ਨੂੰ ਅਵੇਅਰ ਕਰਕੇ ਕਿਸਾਨਾਂ ਨੇ ਮੂੰਗੀ ਵੀ ਬੀਜ ਲਈ। ਮੂੰਗੀ ਦੀ ਕੀ ਦੁਰਦਸ਼ਾ ਹੋਈ ਆ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ ਸੀ 100 ਕਰੋੜ ਰੁਪਈਆ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਬਾਕੀ ਰਹਿੰਦੀ ਪੇਮੈਂਟ ਆ ਕਿਸਾਨਾਂ ਦਾ ਕੱਲਾ ਪੈਸਾ ਉਹਨਾਂ ਦੇ ਹੱਕ ਦਾ ਜਿਹੜਾ ਉਹਨਾਂ ਦੇ ਖਾਤੇ ਦੇ ਵਿੱਚ ਆਊਗਾ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਹ ਗੱਲਾਂ ਕਹਿੰਦੇ ਨੇ ਕਿ ਸਬਰ ਰੱਖੋ, ਪੈਸਾ ਤੁਹਾਡੇ ਹੱਕ ਦਾ ਤੁਹਾਨੂੰ ਮਿਲੂ। 14 ਦਿਨ ਦੇ ਵਿੱਚ ਤੁਹਾਨੂੰ ਪੇਮੈਂਟ ਮਿਲੂ। ਅੱਜ 14 ਦਿਨ ਹੋਏ ਆ ਮਿਲਾਂ ਨੂੰ, 7 ਮਹੀਨੇ ਹੋ ਗਏ ਜਦੋਂ ਸਾਡੇ ਨਾਲ ਵਾਅਦਾ ਹੀ ਕਰ ਲਿਆ ਧਾਲੀਵਾਲ ਸਾਹਿਬ ਨੇ, ਸੀਐਮ ਸਾਹਿਬ ਨੇ ਤੁਹਾਡੀ 16 ਜੁਲਾਈ ਨੂੰ। ਫਿਰ ਸਾਡਾ ਵੱਡਾ ਸਵਾਲ ਆ ਪੇਮੈਂਟ ਕਿਉਂ ਨਹੀਂ ਪਾਈ। ਜਦੋਂ ਅਸੀਂ ਗੱਲ ਰੱਖੀ ਅਸੀਂ 3 ਮਹੀਨੇ ਲੋਕਾਂ ਨੂੰ ਸਮਝਾ ਲਾਂਗੇ, ਆਪਣੇ ਕਿਸਾਨ ਭਰਾਵਾਂ ਨੂੰ ਸਮਝਾ ਲਾਂਗੇ, ਗੰਨੇ ਕਾਸ਼ਤਕਾਰਾਂ ਨੂੰ ਸਮਝਾ ਲਾਂਗੇ, ਪਰ ਤੁਸੀਂ ਵਾਅਦਾ ਕਰੋ ਇਹ 16 ਜੁਲਾਈ ਤੁਹਾਡੀ ਫਾਈਨਲ ਆ। ਤਾਂ ਬਾਰ-ਬਾਰ ਟੇਬਲ ਥਾਪੜ ਕੇ ਸੀਐਮ ਸਾਹਿਬ ਨੇ ਕਿਹਾ 16 ਜੁਲਾਈ ਤੱਕ 1-1 ਰੁਪਈਆ, ਮੇਰੀ ਗੱਲ ਨੂੰ ਸਮਝਿਓ, 1-1 ਰੁਪਈਆ, ਚਾਹੇ ਉਹ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਚਾਹੇ ਉਹ ਜਿਹੜਾ 35 ਰੁਪਏ ਵਾਧੇ ਵਾਲਾ ਰੇਟ ਆ ਚਾਹੇ ਉਹ ਹੋਵੇ, ਪਰ ਅੱਜ ਉਹ ਗੱਲ ਤੋਂ ਭੱਜ ਗਏ ਨਾ। 100 ਕਰੋੜ ਕਿੱਥੇ, 520 ਕਰੋੜ ਕਿੱਥੇ 100 ਕਰੋੜ। ਸੋ ਇਹ ਸਿੱਧਾ ਤੇ ਸਿੱਧਾ ਕਿਸਾਨਾਂ ਨਾਲ ਵੱਡਾ ਧੱਕਾ। ਮੈਂ ਉਹੀ ਤੁਹਾਨੂੰ ਗੱਲ ਕਿਹਾ ਜਿਹੜੇ ਮਾਨ ਸਾਹਿਬ ਕਹਿਣ ਤੇ ਵੀ ਮਹੱਲਿਆਂ 'ਚੋਂ ਚੱਲੂਗੀ, ਉਹ ਭਾਈ ਤੁਹਾਡੀ ਤਾਂ ਚੰਡੀਗੜ੍ਹ ਤੋਂ ਵੀ ਨਹੀਂ ਸਰਕਾਰ ਚੱਲਦੀ, ਤੁਹਾਡੀ ਤਾਂ ਪੰਜਾਬ 'ਚੋਂ ਵੀ ਚੱਲਦੀ, ਮਹੱਲਿਆਂ ਤੋਂ ਕੀ ਚੱਲਣੀ, ਤੇ ਤਾਂ ਦਿੱਲੀ ਦੇ ਡੇਰੇ 'ਚ ਜਾ ਕੇ ਬਹਿ ਗਈ। ਬਾਈ ਜੀ ਸਵਾਲ ਤਾਂ ਤੁਹਾਡੇ ਤੇ ਵੀ ਖੜੇ ਹੋ ਰਹੇ ਨੇ, ਆਮ ਲੋਕ ਤੁਹਾਡੇ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਇਹ ਲੋਕ ਜਿਹੜੇ ਨੇ ਕਿਸਾਨ ਆਗੂ ਜਿਹੜੇ ਨੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ, ਇਹ ਕਦੇ ਵੀ ਸਰਕਾਰ ਤੋਂ ਜਿਹੜਾ ਖੁਸ਼ ਨਹੀਂ ਹੋ ਸਕਦੇ, ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਕਦੇ ਬੀਤੀ ਕੱਲ ਜਿਹੜਾ ਰੇਲਾਂ ਰੋਕ ਦਿੱਤੀਆਂ ਗਈਆਂ, ਹੁਣ ਤੁਸੀਂ 3 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਰੋਕਣ ਦੀ ਗੱਲ ਕਰ ਰਹੇ ਹੋ। ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਕਹਿੰਦੇ ਲੜਾਈ ਸਰਕਾਰ ਦੇ ਨਾਲ, ਸਰਕਾਰ ਦੇ ਕੋਲ ਜਾ ਕੇ ਲੜੋ। ਆਮ ਲੋਕਾਂ ਦਾ ਕੀ ਕਸੂਰ ਇਹਦੇ ਵਿੱਚ? ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਸਾਡੇ ਨਾਲ ਕੀ ਕੁਛ ਨਹੀਂ ਨਾ ਲੋਕਾਂ ਨੇ ਕੀਤਾ। ਇਸ ਕਰਕੇ ਅਸੀਂ 22 ਅਗਸਤ ਨੂੰ ਵੀ ਦਿੱਲੀ ਜੰਤਰ ਮੰਤਰ ਤੇ 1 ਦਿਨ ਲਈ ਬਹੁਤ ਵੱਡਾ ਧਰਨਾ ਦੇ ਰਹੇ ਹਾਂ। ਆਵਾਮ ਇਕੱਠਾ ਹੋਇਆ, ਲੋਕਾਂ ਨੇ ਰੱਜ ਕੇ ਸਾਥ ਦਿੱਤਾ। ਜੇ ਕਾਲੇ ਕਾਨੂੰਨ ਰੱਦ ਕਰਾਏ ਨੇ ਨਾ, ਤਾਂ ਕੋਈ ਵੀ ਆਗੂ ਕਹਿ ਦੇਵੇ ਅਸੀਂ 32 33 37 ਇਹਨਾਂ ਨੇ ਨਹੀਂ ਕਰਾਏ। ਲੋਕਾਂ ਨੇ ਉੱਥੇ 734 ਜਾਨਾਂ ਗਵਾਈਆਂ। ਲਖੀਮਪੁਰ ਵਾਲਾ ਕਾਂਡ ਦੇਖ ਲਓ ਤੁਸੀਂ, 4 ਸਿੱਖ ਭਰਾਵਾਂ ਦੇ ਬੱਚੇ ਮਰੇ ਆ ਉੱਥੇ, ਚਾਹੇ ਉਹ ਨੌਜਵਾਨ ਸੀ ਚਾਹੇ ਬਜ਼ੁਰਗ ਸੀ। ਜਿਹੜਾ ਰਾਜੇਵਾਲ ਸੀ ਉਹਨਾਂ ਦੀ ਵੀ ਸੈਂਟਰ ਦੇ ਮੰਤਰੀਆਂ ਨਾਲ ਗੱਲ ਚੱਲਦੀ ਸੀ। ਜਿਹੜਾ ਜਮਹੂਰੀ ਕਿਸਾਨ ਸਭਾ ਦਾ ਜਨਰਲ ਸਕੱਤਰ ਆ ਕੁਲਵੰਤ ਸੰਧੂ, ਜਿਹਨੂੰ ਮੱਤੇਵਾੜੇ ਨਹੀਂ ਬੋਲਣ ਦਿੱਤਾ, ਠੀਕ ਆ ਜੀ, ਉਹਨਾਂ ਦੀ ਵੀ ਮੰਤਰੀ ਨਾਲ ਗੱਲ ਚੱਲਦੀ ਸੀ। ਬੂਟਾ ਸਿੰਘ ਬੁਰਜਗਿੱਲ ਦੀ ਰਾਹ ਦੇ ਚੀਫ ਨਾਲ ਗੱਲ ਚੱਲਦੀ ਸੀ। ਹਰਮੀਤ ਸਿੰਘ ਕਾਦੀਆਂ ਦੀ ਰਵੀ ਸ਼੍ਰੀ ਨਾਲ ਗੱਲ ਚੱਲਦੀ ਸੀ। ਮਤਲਬ ਕਿ ਜਿਹੜਾ ਧਰਨਾ ਚੱਕਿਆ ਗਿਆ ਉਹ ਗਲਤੀ ਮੰਨਦੇ ਹੋ ਤੁਸੀਂ, ਆਗੂਆਂ ਦੀ ਗਲਤੀ? ਬਿਲਕੁਲ। ਅਸੀਂ ਲਾਸਟ ਤੱਕ, ਮੈਂ ਬੈਟਾਂ ਵੀ ਆਪਣੀਆਂ ਚੱਕ ਕੇ ਦੇ ਦੂੰਗਾ, ਉਹਦੇ ਵਿੱਚ ਅਸੀਂ ਵੀ ਹੋ ਸਕਦੇ ਹਾਂ। ਅਸੀਂ ਲਾਸਟ ਤੱਕ ਪਿੜਦੇ ਰਹੇ ਹਾਂ ਵੀ 20 ਦਿਨ ਹੋਰ ਬਹਿ ਜਾਓ, ਪਰ ਇਹਨਾਂ ਦੇ ਅੱਗ ਲੱਗੀ ਹੋਈ ਸੀ ਪੰਜਾਬ 'ਚ ਆ ਕੇ ਚੋਣਾਂ ਲੜਨੇ ਦੀ। ਉਹ ਤਾਂ ਪ੍ਰੈਕਟੀਕਲ ਤੁਹਾਡੇ ਸਾਹਮਣੇ ਹੋ ਗਿਆ, ਲੋਕਾਂ ਦੇ ਸਾਹਮਣੇ ਹੀ ਸਾਰਾ ਕੁਝ ਹੋਇਆ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ ਹਾਂ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕੀਤਾ ਗਿਆ ਸੀ ਕਿ ਸਰਕਾਰ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰ ਦਿੱਤਾ ਜਾਊਗਾ। ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਲਈ ਜਿਹੜੇ ਨੇ ਵੱਡੇ ਕਦਮ ਜਿਹੜੇ ਨੇ ਚੁੱਕੇ ਜਾਣਗੇ। ਪਰ ਫਿਰ ਵੀ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਸਰਕਾਰਾਂ ਦੇ ਖਿਲਾਫ, ਚਾਹੇ ਉਹ ਭਾਰਤ ਦੀ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੋਵੇ, ਉਹਨਾਂ ਦੇ ਖਿਲਾਫ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ, ਜਿਸ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਵੀ ਜਿਹੜੇ ਨੇ ਕੀਤੇ ਜਾ ਰਹੇ ਨੇ। ਹੁਣ ਫੇਰ ਬੀਤੀ ਕੱਲ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਰੇਲਾਂ ਰੋਕੀਆਂ ਗਈਆਂ ਸੀ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਦੁਬਾਰਾ ਜਿਹੜੇ ਨੇ ਧਰਨੇ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਵੱਡੀਆਂ ਕਾਲਸ ਦਿੱਤੀਆਂ ਗਈਆਂ ਨੇ। ਆਖਰ ਕੀ ਲੋੜ ਪੈ ਗਈ ਕਿਸਾਨਾਂ ਨੂੰ ਦੁਬਾਰਾ ਫੇਰ ਸੜਕਾਂ ਦੇ ਉਤਰਨ ਦੀ? ਕੀ ਲੋੜ ਪੈ ਗਈ ਸਰਕਾਰਾਂ ਦੇ ਖਿਲਾਫ ਨਾਅਰੇਬਾਜ਼ੀਆਂ ਕਰਨ ਦੀ? ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ
ਜਨਰਲ ਸੈਕਟਰੀ ਗੁਰਿੰਦਰ ਸਿੰਘ ਭੰਗੂ ਸਾਡੇ ਨਾਲ ਨੇ। ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਕਿ ਆਖਰ ਕੀ ਜ਼ਰੂਰਤ ਪੈ ਗਈ ਪੰਜਾਬ ਦੇ ਵਿੱਚ ਦੁਬਾਰਾ ਫੇਰ ਆਪਣੇ ਧਰਨੇ ਪ੍ਰਦਰਸ਼ਨ ਜਿਹੜੇ ਨੇ ਉਹ ਸ਼ੁਰੂ ਕਰਨ ਦੀ। ਹਾਂਜੀ ਭੰਗੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੁੱਖ ਮੰਤਰੀ ਪੰਜਾਬ ਜਦੋਂ ਬਣਦੇ ਨੇ, ਆਪਣੀ ਕੁਰਸੀ ਦੇ ਉੱਪਰ ਬੈਠਦੇ ਨੇ, ਉਹਨਾਂ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਊਗਾ, ਕਿਸਾਨਾਂ ਵੱਲੋਂ ਲਗਾਏ ਜਾਂਦੇ ਧਰਨੇ ਜਿਹੜੇ ਨੇ ਸਮਾਪਤ ਕੀਤੇ ਜਾਣਗੇ। ਪਰ ਤੁਸੀਂ ਅਗਲੀਆਂ ਕਾਲਸ ਦਿੱਤੀਆਂ ਜਾ ਰਹੀਆਂ ਨੇ, ਤੁਹਾਡੇ ਵੱਲੋਂ ਅਗਲੇ ਧਰਨਿਆਂ ਦੀ ਤਿਆਰੀ ਜਿਹੜੀ ਹੈ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਆਵਾਮ ਨੂੰ ਕੱਲੇ ਤੁਹਾਡੀ ਜਿਹੜੀ ਕਿਸਾਨੀ ਦਾ ਤੁਸੀਂ ਬੜਾ ਪੱਖ ਰੱਖ ਕੇ ਲੋਕਾਂ ਕੋਲ ਪਹੁੰਚਾਉਂਦੇ ਹੋ। ਦੇਖੋ, ਧਰਨੇ ਵਾਲੀ ਜਿਹੜੀ ਤੁਸੀਂ ਗੱਲ ਪੁੱਛੀ, ਜਦੋਂ ਆਪੋਜੀਸ਼ਨ 'ਚ ਹੁੰਦੇ ਆ ਐਮਐਲਏ, ਉਦੋਂ ਬਹੁਤ ਕੁਝ ਕਹਿੰਦੇ ਆ ਜੀ, ਪਰ ਜਦੋਂ ਉਹ ਸੀਟ ਉਹਨਾਂ ਐਮਐਲਏ ਨੂੰ ਮਿਲ ਜਾਂਦੀ ਆ ਜਾਂ ਕਿਸੇ ਆਵਾਮ ਨੂੰ ਮਿਲ ਜਾਂਦੀ ਆ, ਜਾਂ ਲਾ ਲਓ ਸੀਐਮ ਭਗਵੰਤ ਸਾਹਿਬ ਨੂੰ ਸੀਐਮ ਦੀ ਕੁਰਸੀ ਮਿਲ ਗਈ, ਜਿਹੜੀ ਗੱਲ ਕਰਦੇ ਸੀ ਮਹੱਲਿਆਂ ਤੋਂ, ਜਿਹੜੀ ਗੱਲ ਕਰਦੇ ਸੀ ਕਸਬਿਆਂ 'ਚੋਂ, ਜਿਹੜੀ ਗੱਲ ਕਰਦੇ ਸੀ ਪਿੰਡਾਂ 'ਚੋਂ, ਸਰਕਾਰ ਚਾਹੇ ਪਿੰਡਾਂ 'ਚੋਂ ਚੱਲੇ ਚਾਹੇ ਕਸਬਿਆਂ 'ਚੋਂ ਚੱਲੋ, ਪਰ ਉਹ ਵਾਅਦੇ 'ਤੇ ਖਰੇ ਰਹਿਣਾ ਚਾਹੀਦਾ। ਸਰਕਾਰ ਜਿੱਥੋਂ ਮਰਜ਼ੀ ਚਲਾ ਲਓ, ਪਰ ਮੇਰਾ ਇੱਕ ਮੰਨਣਾ ਹੈ, ਸਰਕਾਰ ਪੰਜਾਬ ਦੀ ਦਿੱਲੀ ਤੋਂ ਨਹੀਂ ਚੱਲਣੀ ਚਾਹੀਦੀ। ਅਗਲੀ ਗੱਲ ਕਰਾਂ, ਜਦੋਂ ਸਾਡੀ ਸੀਐਮ ਭਗਵੰਤ ਮਾਨ ਨਾਲ, ਜਿਹਦੇ ਵਿੱਚ ਖੇਤੀਬਾੜੀ ਮੰਤਰੀ ਧਾਰੀਵਾਲ ਸਾਹਿਬ ਵੀ ਨਾਲ ਸੀਗੇ, 17 ਅਪ੍ਰੈਲ ਨੂੰ ਇੱਕ ਮੀਟਿੰਗ ਪ੍ਰਪੋਜ਼ਲ ਆਈ ਸਰਕਾਰ ਵੱਲੋਂ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ, ਤਾਂ ਉਹਨਾਂ ਨੇ ਐਸਕੇਐਮ ਨਾਲ ਮੀਟਿੰਗ ਕੀਤੀ 17 ਅਪ੍ਰੈਲ ਨੂੰ ਚੰਡੀਗੜ੍ਹ ਪੰਜਾਬ ਭਵਨ ਵਿਖੇ। ਤਾਂ ਉਸ ਵਿੱਚ ਸਭ ਤੋਂ ਪਹਿਲਾਂ ਸੀਐਮ ਮਾਨ ਸਾਹਿਬ ਨੇ ਆਪ ਦੀ ਪ੍ਰਪੋਜ਼ਲ ਰੱਖੀ ਵੀ ਇਹ ਤਾਂ ਡਿਸਕਸ ਕਰੋ, ਜਿਹੜਾ ਹੈਗਾ ਰੈੱਡ ਜ਼ੋਨ 'ਚ ਆਉਂਦਾ ਪੰਜਾਬ, ਵੀ ਕਿਤੇ ਨਾ ਕਿਤੇ ਪਾਣੀ ਨੂੰ ਬਚਾਉਣਾ, ਇਹਦੇ ਬਾਰੇ ਤੁਸੀਂ ਆਪਣੇ ਸੁਝਾਅ ਦਿਓ। ਉਹਨਾਂ ਨੇ ਪ੍ਰਪੋਜ਼ਲ ਰੱਖੀ, ਉਸ ਤੋਂ ਬਾਅਦ ਉਹਨਾਂ ਦੇ ਸੁਝਾਅ ਦੀ ਗੱਲ ਚਾਲੂ ਹੋ ਗਈ। ਸਭ ਤੋਂ ਵੱਡੀ ਗੱਲ ਉਹਨਾਂ ਨੇ ਇੱਕ ਰੱਖੀ ਸੀ ਸਿੱਧੀ ਬਿਜਾਈ ਦੀ, ਵੀ ਸਿੱਧੀ ਬਿਜਾਈ ਕਰਨੀ ਚਾਹੀਦੀ ਆ। ਤਾਂ ਅਸੀਂ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਹਾਮੀ ਭਰੀ ਆ ਵੀ ਤੁਹਾਨੂੰ ਲੱਗਦਾ ਜਥੇਬੰਦੀਆਂ ਸਹਿਰਦ ਨਹੀਂ ਹੈਗੀਆਂ, ਤੁਹਾਨੂੰ ਲੱਗਦਾ ਅਸੀਂ ਪਾਣੀ ਬਾਰੇ ਨਹੀਂ ਸੋਚਦੇ, ਪਰ ਸਾਡੀ ਕਿਸਾਨਾਂ ਦੀ ਜਿਹੜੀ ਬਦਕਿਸਮਤੀ ਕਹਿ ਲਓ, ਜਿਹੜੀਆਂ ਪਹਿਲਾਂ ਸਰਕਾਰਾਂ ਵੀ ਰਹੀਆਂ, ਇੱਕ ਝੋਨਾ ਸਾਡੀ ਫਸਲ ਨਹੀਂ, ਝੋਨਾ ਸਾਡੀ ਖੁਰਾਕ ਨਹੀਂ, ਚੌਲ ਸਾਡੀ ਖੁਰਾਕ ਥੋੜ੍ਹਾ ਆ, ਅਸੀਂ ਸਾਲ 'ਚ 2 ਵਾਰ ਚੌਲ ਖਾਂਦੇ ਹੋਵਾਂਗੇ। ਅਤੇ ਕਹਿਣ ਤੋਂ ਭਾਵ ਵੀ ਇਹ ਤੋਂ ਅਸੀਂ ਖਹਿੜਾ ਛਡਾਉਂਦੇ ਹਾਂ। ਤੁਸੀਂ ਇਹਦਾ ਕੋਈ ਜਿਹੜੀ ਇਹਦੇ ਬਰਾਬਰ ਦੇ ਮੁਕਾਬਲੇ ਕੋਈ ਜਿਹੜੀ ਤੁਸੀਂ ਕਹਿੰਦੇ ਹੋ ਫਸਲਾਂ ਦਾ ਬਦਲਾਅ, ਜਾਂ ਜਿੱਕਣ ਮੱਕੀ ਹੈਗੀ ਆ, ਮੂੰਗੀ ਹੈਗੀ ਆ, ਸੀਐਮ ਸਾਹਿਬ ਨੇ ਬੜੀਆਂ ਗੱਲਾਂ ਕੀਤੀਆਂ, ਪਰ ਉਹਦੇ ਵਿੱਚ ਉਹਨਾਂ ਨੇ ਮੂੰਗੀ ਬਾਰੇ ਵੀ ਕਿਹਾ। ਅਸੀਂ ਲੋਕਾਂ ਨੂੰ ਅਵੇਅਰ ਕਰਕੇ, ਕਿਸਾਨਾਂ ਨੂੰ ਅਵੇਅਰ ਕਰਕੇ, ਕਿਸਾਨਾਂ ਨੇ ਮੂੰਗੀ ਵੀ ਬੀਜ ਲਈ। ਮੂੰਗੀ ਦੀ ਕੀ ਦੁਰਦਸ਼ਾ ਹੋਈ ਆ, ਫਿਰ ਉਹ 'ਤੇ ਅਲੱਗ-ਅਲੱਗ ਪਾਬੰਦੀਆਂ ਲੱਗ ਗਈਆਂ, 5 ਕੁਇੰਟਲ ਖਰੀਦੀ ਜਾਊਗੀ, ਆਹ ਹੋਊਗਾ, ਉਹ ਹੋਊਗਾ, ਅਤੇ ਮੰਡੀਆਂ ਦੇ ਵਿੱਚ ਉਹ ਵੀ ਰੋਲੀ, ਸੀਐਮ ਦੇ ਕਹਿਣ ਤੋਂ ਬੀਜੀ ਉਹ ਵੀ ਰੋਲੀ। ਮੱਕੀ ਦਾ ਕੀ ਹਾਲ ਹੋਇਆ? ਉਸ ਤੋਂ ਬਾਅਦ ਜਿਹੜੀ ਸਾਡੇ ਨਾਲ ਵਾਅਦਾ ਕੀਤਾ ਸੀ ਇਹਨਾਂ ਨੇ ਉਸ ਮੀਟਿੰਗ ਦੇ ਵਿੱਚ, ਵੀ ਐਮਐਸਪੀ ਜਿਹੜੀ ਬਾਸਮਤੀ ਆ ਉਹ 'ਤੇ ਐਮਐਸਪੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ। ਹੁਣ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਇੱਕ ਸਭ ਤੋਂ ਵੱਡੀ ਗੱਲ, ਜਿਹੜੀ ਗੰਨੇ ਦੀ ਪੇਮੈਂਟ ਉਦੋਂ ਸਾਡੀ 17 ਅਪ੍ਰੈਲ ਨੂੰ ਖੜੀ ਸੀ, ਉਹ ਘੱਟੋ ਘੱਟ ਬ੍ਰਦਰ 520 ਕਰੋੜ ਸੀਗੀ, ਜਿਹਦੇ ਵਿੱਚ ਉਹ 17 ਅਪ੍ਰੈਲ ਨੂੰ ਮੀਟਿੰਗ ਹੋਈ। ਉਹਨਾਂ ਨੇ 16 ਜੁਲਾਈ ਦਾ ਵਾਅਦਾ ਕੀਤਾ ਸੀ ਵੀ 1-1 ਰੁਪਈਆ ਤੁਹਾਡੀ, ਚਾਹੇ ਉਹ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਮਿਲਾਂ ਦੀ ਹੋਵੇ, ਚਾਹੇ ਜਿਹੜਾ 20 ਕਰੋੜ 35 ਰੁਪਏ ਵਾਲਾ ਜਿਹੜਾ ਵਾਧੂ ਸੀਗਾ ਰੇਟ ਵਾਲਾ, ਉਹ ਅਸੀਂ ਦੇਣਾ, 1-1 ਰੁਪਏ ਤੁਹਾਡੇ ਖਾਤਿਆਂ 'ਚ ਪਾ ਦੇਣਗੇ। ਪਰ ਹਾਂ, ਪਿੱਛੇ ਜੇ ਕੀ ਗੱਲ ਹੋਈ, ਜਦੋਂ ਗੈਰ ਰਾਜਨੀਤਿਕ ਐਸਕੇਐਮ ਅਸੀਂ ਨਾਰ ਦਿੱਤਾ, ਕਿਉਂਕਿ ਜਿਹੜਾ ਐਸਕੇਐਮ ਚੱਲਿਆ, ਤਾਂ ਮੈਂ ਨਾਲ ਕਿਉਂ ਜੋੜਦਾ ਇਸ ਗੱਲ ਨੂੰ, ਐਸਕੇਐਮ 'ਤੇ ਤੁਹਾਨੂੰ ਵੀ ਪਤਾ ਹੋਊਗਾ, ਤੁਸੀਂ ਵੀ ਬੜਾ ਕਵਰ ਕੀਤਾ, 378 ਦਿਨ ਦਿੱਲੀ ਦੇ ਵਿੱਚ ਧਰਨੇ ਚੱਲੇ, ਜੋ 2 ਮਹੀਨੇ ਸਭ ਤੋਂ ਪੰਜਾਬ ਦੇ ਵਿੱਚ ਰੇਲਵੇ ਟਰੈਕਾਂ ਜਾਂ ਮੌਲਾਂ 'ਤੇ ਜਾਂ ਆਪਣੇ ਟੋਲ ਪਲਾਜ਼ਿਆਂ 'ਤੇ ਪਹਿਲਾਂ ਪ੍ਰੋਟੈਸਟ ਕੀਤਾ। ਪਰ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ, ਕੁਛ ਜਥੇਬੰਦੀਆਂ ਜਿਹੜੀਆਂ ਸਿਆਸੀ ਸੀ, ਇਹਨਾਂ ਨੇ ਸਿਆਸੀ ਮੋਰਚਾ ਬਣਾ ਲਿਆ, ਅਤੇ ਉਹ ਉਹਨਾਂ ਦੇ ਵਿੱਚ ਸ਼ਾਮਲ ਕਰ ਲਈ। ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ ਸੀ, ਉੱਤੇ ਤੇ ਵੱਡੇ ਸਵਾਲ ਆ, ਉੱਤੇ ਬਾਅਦ 'ਚ ਜਾਵਾਂਗੇ। ਸਾਡੇ ਨਾਲ ਜਿਹੜੀ ਕਮੈਂਟਮੈਂਟ ਕੀਤੀ ਸੀ ਗੰਨੇ ਦੀ ਪੇਮੈਂਟ ਦੀ, ਹੁਣ ਉਹ ਜਥੇਬੰਦੀਆਂ ਨਾਲ ਮੀਟਿੰਗ ਕਰਕੇ, ਕਿਉਂਕਿ ਸੀਐਮ ਨਾਲ ਜਦੋਂ ਮੀਟਿੰਗ ਹੋਈ 17 ਅਪ੍ਰੈਲ ਨੂੰ, ਉਦੋਂ ਧਾਰੀਵਾਲ ਸਾਹਿਬ ਵਿੱਚ ਬੈਠੇ ਸੀ, ਪਰ ਹੁਣ ਪਿੱਛੇ ਜੇ 22 ਤਰੀਕ ਨੂੰ ਮੀਟਿੰਗ ਕਰਕੇ ਇਹਨਾਂ ਨੇ ਜਿਹੜੀਆਂ ਸਮਾਜ ਮੋਰਚੇ ਵਾਲੀਆਂ ਜਥੇਬੰਦੀਆਂ ਜਾਂ ਆਪਣੇ ਲੈਫਟ ਵਾਲੀਆਂ ਜਥੇਬੰਦੀਆਂ, ਉਹ 'ਚ ਕਿਸ਼ਤਾਂ 'ਚ ਪੇਮੈਂਟ ਕਰ ਲਈ। ਕਿਸ਼ਤਾਂ 'ਚ ਸਾਡੀ ਗੱਲ ਹੀ ਨਹੀਂ ਸੀ ਹੋਈ ਬਾਈ ਜੀ, ਕਿਸ਼ਤਾਂ 'ਚ ਬੇਸ਼ੱਕ ਗੱਲ ਨਹੀਂ ਸੀ ਹੋਈ, ਪਰ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ ਸੀ 100 ਕਰੋੜ ਰੁਪਈਆ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਬਾਕੀ ਰਹਿੰਦੀ ਪੇਮੈਂਟ ਆ ਕਿਸਾਨਾਂ ਦਾ ਕੱਲਾ ਪੈਸਾ ਉਹਨਾਂ ਦੇ ਹੱਕ ਦਾ ਜਿਹੜਾ ਉਹਨਾਂ ਦੇ ਖਾਤੇ ਦੇ ਵਿੱਚ ਆਊਗਾ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਹ ਗੱਲਾਂ ਕਹਿੰਦੇ ਨੇ ਕਿ ਸਬਰ ਰੱਖੋ, ਪੈਸਾ ਤੁਹਾਡੇ ਹੱਕ ਦਾ ਤੁਹਾਨੂੰ ਮਿਲੂਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਜੇ ਸਬਰ ਰੱਖਿਆ ਤਾਂ ਤੁਸੀਂ ਇਹ ਲਾ ਲਓ ਪਿਛਲੇ ਸਾਲ ਦੀ ਵੀ ਕੁਝ ਪੇਮੈਂਟ ਖੜੀ ਆ, ਤਾਂ ਜਿਹੜਾ ਡਾਇਰੈਕਟਰ ਆਫ ਬੋਰਡ ਕਹਿੰਦਾ, ਜਿਹੜੇ ਮਿਲ ਦੇ ਕਾਨੂੰਨ ਕਹਿੰਦੇ ਆ ਜਾਂ ਜਿਹੜੇ ਸਾਡੇ ਤੇ ਜਿਹੜਾ ਇਹਨਾਂ ਦਾ ਜਦੋਂ ਅਸੀਂ ਬਣਾਉਂਦੇ ਆ ਉਹ ਸਰਕਾਰੀ ਲਾ, ਇਹਨਾਂ ਦਾ ਮਿਲਾਂ ਦਾ ਲਾ 14 ਦਿਨ ਦੇ ਵਿੱਚ ਤੁਹਾਨੂੰ ਪੇਮੈਂਟ ਮਿਲੂਗੀ। ਅੱਜ 14 ਦਿਨ ਹੋਏ ਆ ਮਿਲਾਂ ਨੂੰ, 7 ਮਹੀਨੇ ਹੋ ਗਏ ਜਦੋਂ ਸਾਡੇ ਨਾਲ ਵਾਅਦਾ ਹੀ ਕਰ ਲਿਆ ਧਾਰੀਵਾਲ ਸਾਹਿਬ ਨੇ, ਸੀਐਮ ਸਾਹਿਬ ਨੇ ਤੁਹਾਡੀ 16 ਜੁਲਾਈ ਨੂੰ। ਫਿਰ ਸਾਡਾ ਵੱਡਾ ਸਵਾਲ ਆ ਪੇਮੈਂਟ ਕਿਉਂ ਨਹੀਂ ਪਾਈ? ਅਗਰ 3 ਮਹੀਨੇ ਉਹ ਲੈ ਲੇ, ਹੁਣ ਕਿਸ਼ਤਾਂ 'ਚ ਲੈ ਲਓ। ਸਭ ਤੋਂ ਵੱਡੀ ਮੈਂ ਕਹੂੰਗਾ ਸਾਡੇ ਆਗੂਆਂ ਨੇ ਜਿਹੜੀ ਮੀਟਿੰਗ ਕਰਕੇ ਨਲਾਇਕੀ ਕਰੀ ਆ, ਕਿਉਂਕਿ ਉਸ ਟਾਈਮ ਜਦੋਂ ਮੀਟਿੰਗ ਹੋਈ ਸੀ ਹਰਿੰਦਰ ਸਿੰਘ ਲੱਖੋਵਾਲ ਵੀ ਵਿੱਚ ਸੀਗਾ ਤੇ ਡਾਕਟਰ ਦਰਸ਼ਨਪਾਲ ਵੀ ਵਿੱਚ ਸੀਗਾ। ਤਾਂ ਮੈਂ ਇਹ ਕਹਿੰਦਾ ਨਹੀਂ ਵੀ ਇਹ ਸਰਕਾਰਾਂ ਨਾਲ ਸੰਧੀਆਂ ਕਿਉਂ। ਫਿਰ ਇੱਕ ਪਾਸੇ ਤਾਂ ਕਿਸਾਨਾਂ ਦੀ ਗੱਲ ਕਰਨੀ ਆ ਵੀ ਅਸੀਂ ਕਿਸਾਨਾਂ ਦੇ ਆ, ਜਿਨ੍ਹਾਂ ਲੋਕਾਂ ਦਾ ਅੱਜ 100 ਕਰੋੜ ਪੇਮੈਂਟ ਪਈ ਆ, ਕਈ ਕਿਸਾਨ ਭਰਾਵਾਂ ਦੇ ਉਹ 100 ਕਰੋੜ ਪੇਮੈਂਟ ਦੇ ਵਿੱਚ ਉਹਨਾਂ ਨੇ ਜਦੋਂ ਗੰਨਾ ਮਿੱਲ ਨੂੰ ਵੇਚਿਆ ਤਾਂ ਉਹਨਾਂ ਦੀ ਪੇਮੈਂਟ ਨਹੀਂ ਆਉਣੀ। 14 ਜੇ ਮਰੰਡੇ ਮਿਲਦੀ ਹੈ, ਇੱਕ ਉਦਾਹਰਨ ਤੌਰ ਤੇ ਤੁਹਾਨੂੰ ਦਿੰਦਾ, ਮਰੰਡੇ ਮਿੱਲ ਦੀ ਪੇਮੈਂਟ ਆ 14 ਜਨਵਰੀ ਤੱਕ ਆ ਰਹੀ ਆ, ਪਰ ਜਿਹਨੇ 15 ਨੂੰ ਟਰੈਲੀ ਗੰਨੇ 'ਚ ਲੈ ਕੇ ਗਿਆ, 16 ਜਨਵਰੀ ਨੂੰ ਲੈ ਕੇ ਗਿਆ, ਫਿਰ ਉਹ ਕਿੱਥੇ ਜਾਣਗੇ ਜੀ? ਕਿਉਂਕਿ ਉਹਨਾਂ ਨੂੰ ਫਿਰ 6 ਮਹੀਨੇ ਤੇ ਚਲੇ ਗਿਆ। ਇਹ ਕਿਸ਼ਤਾਂ ਕਰਨੀਆਂ ਬੜੀ ਨਲਾਇਕੀ। ਇੱਕ ਜ਼ਿੰਮੇਵਾਰ ਕੌਣ ਹੁੰਦਾ? ਮੁੱਖ ਮੰਤਰੀ ਜ਼ਿੰਮੇਵਾਰ ਆ, ਧਾਲੀਵਾਲ ਸਾਹਿਬ ਖੇਤੀਬਾੜੀ ਮੰਤਰੀ ਜ਼ਿੰਮੇਵਾਰ ਆ। ਇਹ ਕਿਸਾਨਾਂ ਨਾਲ ਸਿੱਧਾ ਨਾ ਸਿੱਧਾ ਧੋਖਾ, ਪਿੱਠ 'ਚ ਛੁਰਾ ਮਾਰਿਆ ਇਹਨਾਂ ਕਿਸਾਨਾਂ ਆਗੂਆਂ ਨੇ ਵੀ ਮਾਰਿਆ ਜਿਹੜੇ ਵਿੱਚ ਬੈਠੇ ਸੀ 17 ਅਪ੍ਰੈਲ ਦੀ ਮੀਟਿੰਗ ਦੇ ਵਿੱਚ, ਤੇ ਸਿੱਧਾ ਸਰਕਾਰ ਨੇ ਵੀ ਪਿੱਠ ਛੁਰਾ ਮਾਰਿਆ। ਬਾਈ ਜੀ 500 ਕਰੋੜ ਦੇ ਕਰੀਬ ਤੁਸੀਂ ਨੇ ਜਿਹੜਾ ਗੰਨੇ ਦੀ ਪੇਮੈਂਟ ਦੱਸੀ, ਸਰਕਾਰ ਕਹਿੰਦੀ ਕਿ ਹੌਲੀ ਦੇ ਸਕਦੇ ਹਾਂ ਕਿਉਂਕਿ ਪੰਜਾਬ ਦੇ ਹੋਰ ਮੁੱਦੇ ਬੜੇ ਨੇ, ਪੰਜਾਬ ਨੂੰ ਹੋਰ ਖਰਚੇ ਬੜੇ ਨੇ, ਖਜ਼ਾਨੇ ਦੇ ਵਿੱਚ ਪੈਸਾ ਚਾਹੀਦਾ। ਇੰਨਾ 500 ਕਰੋੜ ਰੁਪਏ ਦੀ ਰਾਸ਼ੀ ਇੱਕ ਵਾਰ ਦੇ ਵਿੱਚ ਜਾਰੀ ਨਹੀਂ ਹੋ ਸਕਦੀ, ਤਾਂ ਕਰਕੇ ਜਿਹੜਾ ਇਹ ਕਿਸ਼ਤਾਂ ਦੇ ਵਿੱਚ ਦਿੱਤੀ ਜਾਊਗੀ। ਬ੍ਰਦਰ, ਜਿਹੜਾ ਕਿਸਾਨ ਮੰਗ ਰਿਹਾ ਪੇਮੈਂਟ, ਯਾਰ ਆਪ ਦੀ ਵੇਚੀ ਹੋਈ ਫਸਲ ਦੀ ਪੇਮੈਂਟ ਮੰਗ ਰਿਹਾ ਨਾ। ਜਿਹੜੀ ਪੇਮੈਂਟ ਮੰਗ ਰਿਹਾ ਉਹ ਫਸਲ 14 ਮਹੀਨਿਆਂ 'ਚ ਲਗਭਗ ਇੱਕ ਸਾਲ 'ਚ ਤਿਆਰ ਹੁੰਦੀ ਆ, ਫਿਰ 2-3 ਮਹੀਨੇ ਉਹਨੂੰ ਮਿੱਲ 'ਚ ਲਿਜਾਣ ਨੂੰ ਲੱਗ ਜਾਂਦੇ ਆ। ਜਿਹੜੀ ਲੇਬਰ ਆ, ਸਾਡੇ ਤਾਂ ਲੇਬਰ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ, ਸਾਰੀ ਪੇਮੈਂਟ ਸਰਕਾਰ ਦੱਬ ਕੇ ਬਹਿ ਜਾਂਦੀ ਆ। ਫਿਰ ਬਦਲਾਅ ਕੀ ਹੋਇਆ? ਜੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ, ਸਾਡੀ ਨਾਰਾਜ਼ਗੀ ਕਿਉਂ ਆ ਸਰਕਾਰ ਨਾਲ? ਇੱਕ ਸਮਝਿਓ ਗੱਲ ਨੂੰ, 3 ਮਹੀਨੇ ਅਸੀਂ ਪੇਮੈਂਟ ਦੀ ਗੱਲ ਰੱਖੀ ਸੀ 17 ਅਪ੍ਰੈਲ ਨੂੰ, ਉਹਨਾਂ ਨੇ 3 ਮਹੀਨੇ ਮੰਗ ਕੇ ਕਿਹਨੇ ਲਏ? ਸੀਐਮ ਸਾਹਿਬ ਨੇ ਤੇ ਧਾਰੀਵਾਲ ਸਾਹਿਬ ਨੇ। ਜਦੋਂ ਅਸੀਂ ਗੱਲ ਰੱਖੀ, ਅਸੀਂ 3 ਮਹੀਨੇ ਲੋਕਾਂ ਨੂੰ ਸਮਝਾ ਲਾਂਗੇ, ਆਪਣੇ ਕਿਸਾਨ ਭਰਾਵਾਂ ਨੂੰ ਸਮਝਾ ਲਾਂਗੇ, ਗੰਨੇ ਕਾਸ਼ਤਕਾਰਾਂ ਨੂੰ ਸਮਝਾ ਲਾਂਗੇ, ਪਰ ਤੁਸੀਂ ਵਾਅਦਾ ਕਰੋ ਇਹ 16 ਜੁਲਾਈ ਤੁਹਾਡੀ ਫਾਈਨਲ ਆ। ਤਾਂ ਬਾਰ-ਬਾਰ ਟੇਬਲ ਥਾਪੜ ਕੇ ਸੀਐਮ ਸਾਹਿਬ ਨੇ ਕਿਹਾ 16 ਜੁਲਾਈ ਤੱਕ 1-1 ਰੁਪਈਆ, ਮੇਰੀ ਗੱਲ ਨੂੰ ਸਮਝਿਓ, 1-1 ਰੁਪਈਆ, ਚਾਹੇ ਉਹ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਚਾਹੇ ਉਹ ਜਿਹੜਾ 35 ਰੁਪਏ ਵਾਧੇ ਵਾਲਾ ਰੇਟ ਆ ਚਾਹੇ ਉਹ ਹੋਵੇ, ਪਰ ਅੱਜ ਉਹ ਗੱਲ ਤੋਂ ਭੱਜ ਗਏ ਨਾ। 100 ਕਰੋੜ ਕਿੱਥੇ, 520 ਕਰੋੜ ਕਿੱਥੇ 100 ਕਰੋੜ। ਸੋ ਇਹ ਸਿੱਧਾ ਤੇ ਸਿੱਧਾ ਕਿਸਾਨਾਂ ਨਾਲ ਵੱਡਾ ਧੱਕਾ। ਪਰ ਸਹਿਮਤੀ ਤਾਂ ਆਗੂ ਵੀ ਪ੍ਰਗਟ ਕੇ ਆਏ ਨੇ ਨਾ, ਜਿਹੜੇ 100 ਕਰੋੜ ਜਦੋਂ ਹੁਣ ਦਿੱਤਾ ਗਿਆ ਤਾਂ ਉਹ ਮੀਟਿੰਗ ਦੇ ਵਿੱਚ ਸੀਗੇ, ਸਹਿਮਤੀ ਤਾਂ ਆਗੂ ਵੀ ਪ੍ਰਗਟ ਕੇ ਆਏ ਨੇ, ਸਹਿਮਤੀ ਉਹਨਾਂ ਨੇ ਵੀ ਦਿੱਤੀ ਕਿਤੇ ਨਾ ਕਿਤੇ। ਫਿਰ ਕਸੂਰਵਾਰ ਤਾਂ ਇਸ ਦਾ ਮਤਲਬ ਤੁਸੀਂ ਕਹਿ ਰਹੇ ਹੋ ਸਿੱਧੇ ਆਗੂ ਵੀ ਹੋਏ ਜਿਨ੍ਹਾਂ ਨੇ ਸਰਕਾਰ ਨੂੰ ਅਪਰੂਵ ਕੀਤਾ, ਉਹ ਸਮਾਂ ਦਿੱਤਾ ਗਿਆ ਹੁਣ ਵੀ ਕਿਸ਼ਤਾਂ ਦੇ ਵਿੱਚ ਦੇ ਦਿਓ। ਮੈਂ ਤੁਹਾਡੇ ਕੋਲ 2 ਬਾਈ ਨੇਮ ਲਏ ਆ, ਜਿਹੜੇ ਡਾਕਟਰ ਦਰਸ਼ਨਪਾਲ ਤੇ ਹਰਿੰਦਰ ਸਿੰਘ ਲੱਖੋਵਾਲ ਉਹਦੇ ਵਿੱਚ ਸੀ। ਹੁਣ ਧਾਰੀਵਾਲ ਸਾਹਿਬ ਨਾਲ ਜਿਹੜੀ ਮੀਟਿੰਗ ਕਰੀ ਆ ਉਹਦੇ ਵਿੱਚ ਵੀ ਵਿੱਚ ਸੀ, ਚਾਹੇ ਉਹਨਾਂ ਦੀ ਤੁਸੀਂ ਕਦੇ ਵੀ ਉਹਨੂੰ ਕਵਰ ਕਰ ਲਿਓ, ਉਹਨਾਂ ਦੀ ਵਾਈਟ ਲੈ ਲਿਓ, ਪਰ ਉਹ ਯਾਰ ਸਾਨੂੰ ਕੁਰਸੀਆਂ ਦੀ ਭੁੱਖ ਆ। ਇੱਥੇ ਕੀ ਹੋ ਗਿਆ? ਕਿਸਾਨਾਂ ਨਾਲ ਦਾ ਕੰਮ ਹੋਵੇ, ਕਿਸਾਨੀ ਨਾ ਹੋਵੇ, ਪਰ ਕਈ ਆਗੂ ਕਿਸਾਨੀ ਦੇ ਨਾਂ ਤੇ ਵੀ ਸਿਰਫ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਆ। ਕਈਆਂ ਨੂੰ ਸਿਰਫ ਇੰਨਾ ਹੀ ਬੜਾ ਚਾਅ ਹੁੰਦਾ, ਉਹ ਇੰਟੈਲੀਜੈਂਸ ਨੂੰ ਜਾਂ ਏਜੰਸੀਆਂ ਨੂੰ ਕਹਿ ਦੇਣਗੇ ਵੀ ਜਿਹੜੀ ਮੀਟਿੰਗ ਹੋਣੀ ਆ ਮੇਰੀ ਕੁਰਸੀ ਅੱਗੇ ਹੋਵੇ, ਕਿਸਾਨੀ ਤੱਕ ਕਿਸੇ ਨੂੰ ਕੋਈ ਮਤਲਬ ਨਹੀਂ। ਜਾਂ ਫਿਰ ਇਹ ਆਗੂ ਦੋਵੇਂ ਜਣੇ ਸਪਸ਼ਟ ਕਰਨ ਵੀ 16 ਜੁਲਾਈ ਤੱਕ ਪੇਮੈਂਟ ਦੀ ਨਹੀਂ ਗੱਲ ਹੋਗੀ, ਜਿੱਥੇ ਅਸੀਂ ਗਲਤ ਹੋਵਾਂਗੇ ਅਸੀਂ ਮਾਫੀ ਵੀ ਮੰਗਾਂਗੇ। ਪਰ ਇਹ 100% ਇਹ ਸਰਕਾਰਾਂ ਨਾਲ ਰਲੀ ਮਿਲੀ, ਸਰਕਾਰ ਨਾਲ ਮੀਟਿੰਗ ਕਰਨ ਵੇਲੇ ਸਰਕਾਰੀ ਗੱਲ ਕਰਨੀ ਆਗੂਆਂ ਵੇਲੇ, ਇਹ ਵੱਡਾ, ਕਿਉਂਕਿ ਤੁਸੀਂ ਦਿੱਲੀ ਦੇ ਵਿੱਚ ਵੀ ਦੇਖ ਲਿਆ, ਇਹ ਪਹਿਲਾਂ ਤੋਂ ਹੁੰਦਾ ਵੀ ਆਇਆ। ਭੁਪਿੰਦਰ ਸਿੰਘ ਮਾਨ ਸੀਗੇ, ਕਿੱਥੇ ਲੈ ਗਏ ਕਿਸਾਨੀ ਨੂੰ? ਕਿਸਾਨਾਂ ਦਾ ਫਿਰ ਉੱਪਰ ਤੇ ਜਾ ਕੇ ਰੀੜ੍ਹ ਦੀ ਹੱਡੀ ਤੋੜੀ ਕਿਸਾਨਾਂ ਦੀ। ਫਿਰ ਲੱਖੋਵਾਲ ਬੜੇ ਫੇਮਸ ਹੋਏ, ਲੋਕ ਜੁੜੇ, ਲੋਕਾਂ ਦੀ ਗਲਤੀ ਨਹੀਂ, ਆਵਾਮ ਦੀ ਗਲਤੀ ਨਹੀਂ ਹੈ। ਫਿਰ ਉਹਨਾਂ ਨੇ 10 ਸਾਲ ਚੇਅਰਮੈਨੀ, ਜਿਹੜੀ ਮਾਰਕੀਟ ਕਮੇਟੀ ਦਾ ਚੇਅਰਮੈਨ ਹੋਣਾ ਮੰਡੀ ਬੋਰਡ ਦਾ, ਕਿੱਡੀ ਵੱਡੀ ਗੱਲ ਆ। ਕੈਬਨਿਟ ਮੰਤਰੀ ਦਾ ਉਹਦਾ ਯਾਰ,
ਪਰ ਮੈਨੂੰ ਇੱਕ ਪ੍ਰਾਪਤੀ ਤਾਂ ਗਣਾਉਣ 10 ਸਾਲ ਦੇ ਵਿੱਚ ਵੀ ਕਿਸਾਨਾਂ ਖਾਤਰ ਆਹ ਕੀਤਾ। ਸੋ ਮੈਂ ਲੋਕਾਂ ਨੂੰ ਕਹਿਣਾ ਵੀ ਯਾਰ ਤੁਸੀਂ ਕਮੈਂਟ ਜਦੋਂ ਬਾਈਟ ਪੜ੍ਹਦੇ ਹੋ ਸਿੱਧਾ ਨਾ ਕਹਿ ਦਿਆ ਕਰੋ ਕਿਸੇ ਸਾਡੇ ਲਖੋਵਾਲ ਨਾਲ, ਕਿਸੇ ਸਾਡੇ ਦਰਸ਼ਨਪਾਲ ਨਾਲ, ਕਿਸੇ ਵੀ ਹੋਰ ਜਥੇਬੰਦੀਆਂ ਰਾਜੇਵਾਲ ਜਿਨ੍ਹਾਂ ਨੇ ਦਿੱਲੀ 'ਚ ਬੈਠ ਕੇ ਵੀ ਬਹੁਤ ਘਟੀਆ ਕਾਰਨਾਮੇ ਕੀਤੇ ਆ। ਸਾਡੀ ਕਿਸੇ ਨਾਲ ਵੱਟ ਸਾਂਝੀ ਤਾਂ ਨਹੀਂ, ਸਾਡਾ ਕਿਸੇ ਨਾਲ ਕੋਈ ਲੈਣ ਦੇਣ ਦੀ ਸਾਂਝ ਤਾਂ ਨਹੀਂ, ਅਸੀਂ ਐਲੀਗੇਸ਼ਨ ਕਿਉਂ ਲਾਵਾਂਗੇ? ਪਰ ਸੱਚੀ ਗੱਲ ਕਹਿਣੇ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਕਿਸਾਨੀ ਲੋਕਾਂ ਨੂੰ ਅਵੇਅਰ ਹੋਣਾ ਪਊਗਾ, ਲੋਕਾਂ ਨੂੰ ਪਛਾਣ ਕਰਨੀ ਪਊਗੀ। ਹਰ ਪਿੰਡ 'ਚ ਸਾਨੂੰ ਵੀ ਅਵੇਅਰ ਹੋਣਾ ਪਊਗਾ। ਅੱਜ ਜਿਹੜਾ ਕਿਸਾਨ ਆ, ਮਜ਼ਦੂਰ, ਉਹਨਾਂ ਨੂੰ ਅਵੇਅਰ ਹੋਣਾ ਪਊਗਾ ਵੀ ਸਾਡੇ ਪੱਖ ਦੀ ਕੌਣ ਗੱਲ ਕਰਦਾ। ਮੈਂ ਆਪਣੇ ਆਪ ਨੂੰ ਇਹ ਨਹੀਂ ਕੱਲ੍ਹ ਨੂੰ ਲੋਕ ਕਹਿਣਗੇ ਮੇਰੇ ਤੇ ਲਈ ਕੁਛ, ਅਸੀਂ ਬਾਈ ਮਾੜੇ ਹੀ ਚੰਗੇ ਆ, ਪਰ ਕਿਸਾਨੀ ਦੇ ਨਾਂ ਤੇ ਕਿਸੇ ਦੇ ਪਿੱਠ ਛੁਰਾ ਨਹੀਂ ਮਾਰਾਂਗੇ, ਕਿਸਾਨਾਂ ਨਾਲ ਗਦਾਰੀ ਨਾ ਕਰਾਂਗੇ ਤੇ ਨਾ ਕਰਨ ਦੇਵਾਂਗੇ। ਬਾਈ ਜੀ ਤੁਸੀਂ ਸਰਕਾਰ ਦੇ ਉੱਪਰ ਸਵਾਲ ਲਾਏ ਨੇ ਕਿ ਸਰਕਾਰ ਸਾਡੀਆਂ ਪੇਮੈਂਟਸ ਨਹੀਂ ਕਰਦੀ, ਸਰਕਾਰ ਕਿਸਾਨੀ ਮੁੱਦਿਆਂ ਦਾ ਹੱਲ ਨਹੀਂ ਕਰਦੀ। ਅੱਜ ਦੀ ਉਹ ਖਬਰ ਆ ਕਿ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਰਾਘਵ ਚੱਡਾ ਕਿਸਾਨੀ ਮੁੱਦਿਆਂ ਦੀ ਗੱਲ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਸਾਹਮਣੇ ਕਰ ਚੁੱਕੇ ਨੇ। ਉਹ ਕਹਿੰਦੇ ਕਿ ਅਸੀਂ ਤਾਂ ਕਿਸਾਨੀ ਦੀ ਗੱਲ ਲਗਾਤਾਰ ਕਰਦੇ ਹਾਂ, ਅਸੀਂ ਕਿਸਾਨਾਂ ਦੇ ਘਰਾਂ ਚੋਂ ਨਿਕਲੇ ਹੋਏ ਹਾਂ, ਅਸੀਂ ਕਿਸਾਨੀ ਦੇ ਮਸਲੇ ਹੱਲ ਕਰਵਾਉਣਾ ਚਾਹੁੰਦੇ ਹਾਂ। ਜਦੋਂ ਸਾਡੀ ਵੀ ਕਿਸੇ ਇਹਨਾਂ ਦੇ ਮੰਤਰੀ ਨਾਲ ਬਾਈਟ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਉਹ ਇਹੀ ਕਹਿੰਦੇ ਨੇ ਕਿ ਕਿਸਾਨਾਂ ਵਾਸਤੇ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹਣੇ, ਆ ਜਾਓ। 70 ਸਾਲ ਤੋਂ ਜਿਹੜੀਆਂ ਸਿਆਸੀ ਪਾਰਟੀਆਂ ਇਹੀ ਰੋਣਾ, ਇਹੀ ਢੰਡੋਰਾ ਪਿੱਟਦੀਆਂ, ਇਹਨਾਂ ਨੇ ਇਹੀ ਮਖੌਡਾ ਰਚਿਆ। ਅਸੀਂ ਕਿਸਾਨੀ ਦੀ ਗੱਲ ਕਰਦੇ ਹਾਂ, ਅਸੀਂ ਕਿਸਾਨੀ ਦੀ ਗੱਲ ਕਰਦੇ ਹਾਂ, ਅਸੀਂ ਮਜ਼ਦੂਰੀ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਭਰਾਵੋ, ਐਡਾ ਵੱਡਾ ਪੰਜਾਬ ਵਸਦਾ, ਪੰਜਾਬੀਅਤ ਨਾਲ, ਪੰਜਾਬ ਦੇ ਲੋਕਾਂ ਨਾਲ ਕਿੱਡਾ ਵੱਡਾ ਧੋਖਾ ਕੀਤਾ ਹੈ ਸਰਕਾਰ ਨੇ। ਕਿੱਥੇ ਇਹਨਾਂ ਨੇ ਕਮੈਂਟਮੈਂਟ ਕੀਤੀ ਸੀ ਵੀ ਤੁਸੀਂ ਸਾਡੀ ਸਰਕਾਰ ਬਣਾ ਦਿਓ, ਜਿੰਨੇ ਅਸੀਂ ਰਾਜ ਸਭਾ ਮੈਂਬਰ ਭੇਜਾਂਗੇ ਬਾਹਰੋਂ ਭੇਜਾਂਗੇ। ਅੱਜ ਜਿਹੜਾ ਹਰਭਜਨ ਸਿੰਘ ਭਾਜੀ ਆ, ਮੈਂ ਮੰਨ ਲੈਣਾ ਉਹ ਪਲੇਅਰ ਰਿਹਾ, ਇੰਡੀਆ ਟੀਮ ਖਾਤਰ ਖੇਲਿਆ, ਪਰ ਭਾਈ ਉਹ ਅਮੀਰ ਵੀ ਕਿੱਥੇ ਬਣਿਆ, ਇੰਡੀਆ ਟੀਮ ਖਾਤਰ ਆਪ ਦੀ ਇੱਜ਼ਤ ਵੀ ਕਿਵੇਂ ਕਮਾਈ ਆ। ਪਰ ਰਾਜ ਸਭਾ ਮੈਂਬਰ ਬਣ ਕੇ ਕੀ ਕਿਸਾਨਾਂ ਦੀ ਗੱਲ ਕਰ ਦੇਣਗੇ, ਕੀ ਉਹ ਮਜ਼ਦੂਰਾਂ ਦੀ ਗੱਲ ਕਰ ਦੇਣਗੇ? ਸੋਚਣ ਵਾਲੀ ਲੋੜ ਆ। ਜਿਹੜਾ ਕਾਲੇ ਕਾਨੂੰਨਾਂ ਤੇ ਅਸੀਂ ਧਰਨੇ ਲਾਏ ਹੋਏ ਸੀ ਦਿੱਲੀ ਦੇ ਵਿੱਚ, ਉਹ ਮੋਦੀ ਦੇ ਪੱਖ ਦੀ ਗੱਲ ਕਰਦਾ ਰਿਹਾ। ਕਿਆ ਲੋਕਾਂ ਤੋਂ ਉਮੀਦ ਰੱਖਾਂਗੇ ਜਿੰਨੇ ਇਹਨਾਂ ਨੇ 7 ਰਾਜ ਸਭਾ ਮੈਂਬਰ ਭੇਜੇ ਆ? ਜੇ ਰਾਘਵ ਚੱਡਾ ਨੇ ਇੱਕ ਗੱਲ ਕਰ ਲਈ, ਰਾਘਵ ਚੱਡਾ ਰਾਜ ਸਭਾ ਮੈਂਬਰ ਵੀ ਆ। ਰਾਘਵ ਚੱਡਾ ਜਿਹੜੀ ਅੱਜ ਇਹਨਾਂ ਦੀ ਲੜਾਈਆਂ ਚੱਲ ਰਹੀਆਂ ਭਗਵੰਤ ਮਾਨ ਦੀ, ਕਿਉਂਕਿ ਜਿਹੜੀ ਸਰਕਾਰ ਦਿੱਲੀ ਤੋਂ ਚੱਲੂਗੀ, ਅਸੀਂ ਪਹਿਲਾਂ ਵੀ ਪਿੱਟਦੇ ਆਏ ਆ, ਪੰਜਾਬ ਦੀ ਬਦਕਿਸਮਤੀ ਆ ਵੀ ਜਿਹੜੀ ਸਰਕਾਰ ਬਣਦੀ ਆ ਉਹ ਦਿੱਲੀ ਤੋਂ ਹੀ ਚੱਲਦੀ ਆ। ਜਦ ਤੱਕ ਦਿੱਲੀ ਦੇ ਲੋਕਾਂ ਦੀ ਸਰਕਾਰ ਚੱਲੂਗੀ, ਪੰਜਾਬ ਦਾ ਨਾ ਭਲਾ ਹੋਇਆ ਨਾ ਭਲਾ ਹੋਵੇਗਾ। ਤੁਸੀਂ ਬਾਰ-ਬਾਰ ਦਿੱਲੀ ਦੀ ਗੱਲ ਕਰ ਰਹੇ ਹੋ ਕਿ ਸਰਕਾਰ ਦਿੱਲੀ ਤੋਂ ਚੱਲ ਰਹੀ ਆ, ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਆ। ਤੁਹਾਡੀ ਨਿਗਾਹ ਦੇ ਵਿੱਚ ਸਰਕਾਰ ਚਲਾ ਕੌਣ ਰਿਹਾ? ਦੇਖੋ ਜੀ, ਤੁਹਾਡੇ ਸਾਹਮਣੇ ਹੀ ਆ, ਪੇਪਰ ਚੱਕ ਲਓ ਜਾਂ ਵਿੱਚ ਵਾਲੀਆਂ ਗੱਲਾਂ ਚੱਕ ਲਓ, ਇੱਥੇ ਤਾਂ ਇਹ ਵੀ ਪਤਾ ਲੱਗਦਾ ਵੀ ਜਿੰਨੀ ਸਰਕਾਰ ਦੀ ਨੁਮਾਇੰਦਗੀ ਆ ਜਾਂ ਅਫਸਰਾਂ, ਉਹ ਰਾਘਵ ਚੱਡੇ ਨਾਲ ਮੇਰੇ ਖਿਆਲ ਮੀਟਿੰਗਾਂ ਕਰਦੇ ਆ। ਹਾਲਾਤ ਤਾਂ ਕਿਹੜੇ ਬਣ ਗਏ ਆ। ਮੈਂ ਉਹੀ ਤੁਹਾਨੂੰ ਗੱਲ ਕਿਹਾ, ਜਿਹੜੇ ਮਾਨ ਸਾਹਿਬ ਕਹਿਣ ਤੇ ਵੀ ਮਹੱਲਿਆਂ 'ਚੋਂ ਚੱਲੂਗੀ, ਉਹ ਭਾਈ ਤੁਹਾਡੀ ਤਾਂ ਚੰਡੀਗੜ੍ਹ ਤੋਂ ਵੀ ਨਹੀਂ ਸਰਕਾਰ ਚੱਲਦੀ, ਤੁਹਾਡੀ ਤਾਂ ਪੰਜਾਬ 'ਚੋਂ ਨਹੀਂ ਚੱਲਦੀ, ਮਹੱਲਿਆਂ ਤੋਂ ਕੀ ਚੱਲਣੀ, ਤੇ ਤਾਂ ਦਿੱਲੀ ਦੇ ਡੇਰੇ 'ਚ ਜਾ ਕੇ ਬਹਿ ਗਈ। ਸੋ ਕਹਿਣ ਦਾ ਪਤਾ ਇਹ ਆ ਭਾਵ, ਅਗਰ ਡਿਸੀਜਨ ਲਓਗੇ ਦਿੱਲੀ ਕਦੇ ਜਾਂ ਰਾਘਵ ਚੱਡਾ ਪੰਜਾਬ ਬਾਰੇ ਕਿਉਂ ਸੋਚੂਗਾ? ਕੇਜਰੀਵਾਲ ਪੰਜਾਬ ਬਾਰੇ ਕਿਉਂ ਸੋਚੂਗਾ? ਅੱਜ ਇਹ ਹੋਰ ਸਟੇਟਾਂ 'ਚ ਵੀ ਜਾ ਰਹੇ ਆ, ਝੂਠ ਤੂਫਾਨ ਬੋਲ ਕੇ ਪੰਜਾਬ ਦਾ ਨਾਂ ਵਰਤ ਕੇ ਹੋਰ ਸਟੇਟਾਂ 'ਚ ਕਾਮਯਾਬ ਹੋਣਾ। ਅਸੀਂ ਸਿਆਸੀ ਗੱਲ ਇਹਨਾਂ ਦੇ ਦਖਲਅੰਦਾਜ਼ੀ ਨਹੀਂ ਕਰਦੇ, ਪਰ ਸਾਡੇ ਨਾਲ ਜੋ ਇਹਨਾਂ ਨੇ ਵਾਅਦੇ ਕੀਤੇ ਆ, ਤਾਂ ਅਸੀਂ 3 ਅਗਸਤ ਨੂੰ ਜਿਹੜੇ ਪੁਆਇੰਟ ਚੁਣੇ ਨੇ ਉਹ ਅਸੀਂ ਰੋਡਾਂ ਤੇ ਧਰਨਾ ਦੇਵਾਂਗੇ। ਹਾਂ, ਉਹਦੇ ਵਿੱਚ ਜਿਹੜੀ ਐਮਰਜੈਂਸੀ ਆ, ਜੇਕਰ ਐਂਬੂਲੈਂਸ ਕਾਲ ਹੋ ਗਈ, ਸਕੂਲ ਦੇ ਬੱਚਿਆਂ ਦੀ ਗੱਲ ਆ, ਉਹਨਾਂ ਨੂੰ ਸਾਰਿਆਂ ਨੂੰ ਬੜੇ ਧਿਆਨ ਨਾਲ ਰੱਖਿਆ ਜਾਊਗਾ। ਪਰ ਸਾਡੀ ਮਜਬੂਰੀ ਆ, ਲੋਕ ਵਾਅਦੇ ਕਰਕੇ ਸਾਨੂੰ ਬਹੁਤ ਵੱਡਾ ਕਿਸਾਨਾਂ ਨੂੰ ਇਹਨਾਂ ਨੇ ਧੋਖਾ ਦਿੱਤਾ। ਸਾਡੇ ਕੋਲ ਪ੍ਰੋਟੈਸਟ ਤੋਂ ਬਿਨਾਂ ਕਿਹਾ, ਕਿਉਂਕਿ ਸਾਡਾ ਰਾਈਟ ਆ, ਫੰਡਾਮੈਂਟਲ ਰਾਈਟ ਆ, ਅਸੀਂ ਪ੍ਰੋਟੈਸਟ ਕਰ ਸਕਦੇ ਆ, ਉਹ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਬਾਈ ਜੀ, ਸਵਾਲ ਤਾਂ ਤੁਹਾਡੇ ਤੇ ਵੀ ਖੜੇ ਹੋ ਰਹੇ ਨੇ, ਆਮ ਲੋਕ ਤੁਹਾਡੇ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਇਹ ਲੋਕ ਜਿਹੜੇ ਨੇ, ਕਿਸਾਨ ਆਗੂ ਜਿਹੜੇ ਨੇ, ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ, ਇਹ ਕਦੇ ਵੀ ਸਰਕਾਰ ਤੋਂ ਜਿਹੜਾ ਖੁਸ਼ ਨਹੀਂ ਹੋ ਸਕਦੇ, ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਕਦੇ ਬੀਤੀ ਕੱਲ ਜਿਹੜਾ ਰੇਲਾਂ ਰੋਕ ਦਿੱਤੀਆਂ ਗਈਆਂ, ਹੁਣ ਤੁਸੀਂ 3 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਰੋਕਣ ਦੀ ਗੱਲ ਕਰ ਰਹੇ ਹੋ। ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਕਹਿੰਦੇ ਲੜਾਈ ਸਰਕਾਰ ਦੇ ਨਾਲ, ਸਰਕਾਰ ਦੇ ਕੋਲ ਜਾ ਕੇ ਲੜੋ। ਆਮ ਲੋਕਾਂ ਦਾ ਕੀ ਕਸੂਰ ਇਹਦੇ ਵਿੱਚ? ਦੇਖੋ, ਆਮ ਲੋਕਾਂ ਦਾ ਕਸੂਰ ਨਹੀਂ, ਇਹਦੇ ਵਿੱਚ ਆਮ ਲੋਕਾਂ ਦੀ ਵੀ ਲੜਾਈ ਆ, ਇਹ ਆਵਾਮ ਦੀ ਵੀ ਲੜਾਈ ਆ। ਅਸੀਂ ਪਹਿਲਾਂ ਹੀ ਜਿਹੜੀ 3 ਤਰੀਕ ਦੀ ਕਾਲ ਦਿੱਤੀ ਆ ਪੂਰੇ ਪੰਜਾਬ ਦੇ ਲੋਕਾਂ ਤੋਂ, ਜਾਂ ਜਿਹੜੇ ਲੋਕਾਂ ਨੇ ਉਹ ਹਾਈਵੇਆਂ ਤੇ ਨਿਕਲਣਾ ਨੈਸ਼ਨਲ ਹਾਈਵੇ ਤੇ, ਅਸੀਂ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਆ ਵੀ ਉਹ ਉਸ ਦਿਨ ਸਫ਼ਰ ਕਰਨੇ ਤੋਂ ਗਰੇਜ਼ ਕਰਨ। ਜਿਹੜਾ ਰੇਲਵੇ ਟਰੈਕਾਂ ਦੀ ਤੁਸੀਂ ਗੱਲ ਕੀਤੀ ਆ, ਸਾਡੀ ਨਾਲ ਕਾਲ ਸੀ,
ਅੱਜ ਸਾਡੀ ਜਿਹੜੀ ਕਾਲ ਸੀ 31 ਜੁਲਾਈ ਨੂੰ ਸਰਦਾਰ ਉਦਮ ਸਿੰਘ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਇਆ ਆਪਣੇ ਲੌਂਗੋਵਾਲ ਦੀ ਧਰਤੀ ਤੇ, ਕਿਉਂਕਿ ਸਨਾਮ ਮਨਾਉਣਾ ਸੀ। ਸਨਾਮ ਸੀਐਮ ਦਾ ਪ੍ਰੋਗਰਾਮ ਸੀ। ਉਹਨੂੰ ਦੇਖ ਕੇ ਯਾਰ ਮੌਸਮ ਨੂੰ ਦੇਖਦੇ ਹੋ ਕੇ, ਕਿਉਂਕਿ ਮੰਡੀ ਦੇ ਵਿੱਚ ਲੌਂਗੋਵਾਲ ਬੜਾ ਪ੍ਰਬੰਧ ਸੀਗਾ, ਸ਼ੈੱਡ ਸੀਗੇ, ਜਿਵੇਂ ਕੱਲ ਬਾਰਿਸ਼ ਵੀ ਬਹੁਤ ਆ ਗਈ ਸੀ, ਇਸ ਕਰਕੇ ਅਸੀਂ ਲੌਂਗੋਵਾਲ ਦੀ ਧਰਤੀ ਤੇ ਮਨਾਇਆ, ਜਿਨ੍ਹਾਂ ਤੋਂ ਅਸੀਂ ਸੇਧ ਲੈ ਕੇ ਅਗਲਾ ਸੰਘਰਸ਼ ਅਸੀਂ ਲੜਾਂਗੇ। ਜਿਵੇਂ ਅਸੀਂ 22 ਅਗਸਤ ਦੀ ਵੀ ਕਾਲ ਦਿੱਤੀ ਹੋਈ ਆ, ਕਿਉਂਕਿ ਜਿਹੜੀ ਭਾਜਪਾ ਸਰਕਾਰ ਆ ਇਹ ਕਦੇ ਵੀ ਕਿਸੇ ਦੀ ਨਹੀਂ ਬਣ ਸਕਦੀ। ਤੁਸੀਂ ਕਿਹਾ ਪੰਜਾਬ ਸਰਕਾਰ ਨੂੰ ਕਿਉਂ ਰੋਨੇ ਆ? ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਸਾਡੇ ਨਾਲ ਕੀ ਕੁਛ ਨਹੀਂ ਨਾ ਲੋਕਾਂ ਨੇ ਕੀਤਾ। ਇਸ ਕਰਕੇ ਅਸੀਂ 22 ਅਗਸਤ ਨੂੰ ਵੀ ਦਿੱਲੀ ਜੰਤਰ ਮੰਤਰ ਤੇ ਇੱਕ ਦਿਨ ਲਈ ਬਹੁਤ ਵੱਡਾ ਧਰਨਾ ਦੇ ਰਹੇ ਹਾਂ, ਤੇ 23 ਅਗਸਤ ਨੂੰ ਅਸੀਂ ਫਿਰ ਆਪਣੇ ਉੱਥੇ ਜਿਹੜਾ ਸਿੰਘੂ ਬਾਰਡਰ ਤੇ ਫਿਰ ਮੀਟਿੰਗ ਕਰਾਂਗੇ। ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਤੋਂ ਬਾਅਦ ਫਿਰ ਅਗਲੀ ਪਲੈਨਿੰਗ ਅਸੀਂ ਤਿਆਰ ਕਰਾਂਗੇ। ਐਲੀਗੇਸ਼ਨ ਆਗੂਆਂ ਤੇ ਵੀ ਬੜੇ ਲੱਗ ਰਹੇ ਨੇ। ਇੱਕ ਵੱਡੇ ਕਿਸਾਨ ਆਗੂ ਦੇ ਵੱਲੋਂ ਐਲੀਗੇਸ਼ਨ ਲਗਾਏ ਗਏ ਕਿ 3000 ਕਰੋੜ ਦੇ ਵਿੱਚ ਮੋਰਚਾ ਵੇਚਣ ਦੀ ਜਿਹੜੀ ਆ ਕੁਝ ਆਗੂਆਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ। ਫਿਰ ਇਸ ਤਰ੍ਹਾਂ ਦੇ ਆਪਣੇ ਹੀ ਸਾਥੀਆਂ ਵੱਲੋਂ ਐਲੀਗੇਸ਼ਨ ਲਗਾ ਕੇ ਕੀ ਪੰਜਾਬ ਦੇ ਲੋਕ ਦੁਬਾਰਾ ਕਿਸਾਨੀ ਲੀਡਰਾਂ ਦੇ ਉੱਪਰ ਭਰੋਸਾ ਕਰ ਪਾਉਣਗੇ? ਕੀ ਉਹਨਾਂ ਨੂੰ ਭਰੋਸਾ ਦਿਵਾ ਪਾਉਂਗੇ ਕਿ ਭਾਈ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਦਾ ਮੋਰਚਾ ਵੇਚ ਕੇ ਤੁਹਾਡੇ ਨਾਲ ਕੋਈ ਧਰੋ ਨਹੀਂ ਕਮਾਇਆ, ਅਸੀਂ ਸਹੀ ਹਾਂ? ਦੇਖੋ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਯਾਰ, ਇਹਨੂੰ ਸਮਝਣੇ ਦੀ ਲੋੜ ਆ। ਪਹਿਲੀ ਗੱਲ ਤਾਂ ਜਿਹੜੇ ਆਗੂ ਨੇ ਇਹ ਐਲੀਗੇਸ਼ਨ ਲਗਾਇਆ ਹੋਊਗਾ ਉਹਨੇ 3000 ਕਰੋੜ ਰੁਪਈਆ ਵੇਚਣੇ ਦੀ ਗੱਲ ਨਹੀਂ ਕਰੀ ਹੋਊਗੀ। ਮੈਂ ਆਪਣੇ ਵੱਲੋਂ ਕਹਿਣਾ ਅਸੀਂ ਕਿਸੇ ਤੇ ਪੈਸੇ ਦਾ ਦੋਸ਼ ਨਹੀਂ ਲਾਉਂਦੇ, ਪਰ ਮੈਂ ਤੁਹਾਨੂੰ ਪ੍ਰੂਫ ਦੇ ਆਧਾਰ ਤੇ ਦੇ ਸਕਦਾ। ਸ਼ਾਇਦ ਮੇਰੇ ਕੋਲ ਚਿੱਠੀਆਂ ਵੀ ਹੋਣ, ਹਾਂ ਹੋਣਗੀਆਂ, ਆ ਪਈ ਆ ਦੇਖੋ ਜੀ, ਸ਼ੋ ਕਰ। ਠੀਕ ਆ ਜੀ, ਇਹ ਚਿੱਠੀ ਕਰਨਾਟਕਾ ਦਾ ਇੱਕ ਵੱਡਾ ਸੰਗਠਨ ਆ ਜਿਹਦਾ ਕਰਤਾ ਧਰਤਾ ਕੌਣ ਸੀਗਾ। ਇੱਕ ਇਹਨਾਂ ਨੇ ਕੋਈ ਵੱਡਾ ਸੰਘਰਸ਼ ਕਰਿਆ ਸੀ, ਉਹ ਤੇ ਪਹਿਲਾਂ ਵੀ ਐਲੀਗੇਸ਼ਨ ਲੱਗੇ ਆ। ਚੰਦਰ ਸ਼ੇਖਰ ਕੌਡੀ ਅਲੀ ਇਹ ਸਮਝਣੇ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਵੀ, ਜਿਹੜੇ ਚਾਹੇ ਸਰਕਾਰ ਹੋਵੇ ਚਾਹੇ ਕਿਸਾਨ ਆਗੂ ਹੋਣ, ਉਹ ਭਰਾਵੋ ਅੰਨੇ ਭਗਤ ਨਾ ਬਣੋ। ਸਮਝੋ ਜੇ ਮੈਂ ਗਲਤ ਕੰਮ ਕਰੂੰਗਾ ਮੈਨੂੰ ਸਟੇਜਾਂ ਤੋਂ ਸੁੱਟੋ, ਬਾਹਾਂ ਤੋਂ ਫੜੋ, ਮੇਰੇ ਅੰਨੇ ਭਗਤ ਨਾ ਬਣੋ, ਪਰ ਆਪ ਦੇ ਆਗੂਆਂ ਦੇ ਅੰਨੇ ਭਗਤ ਨਾ ਬਣੋ। ਇਹ ਪ੍ਰੂਫ ਦੇ ਆਧਾਰ ਤੇ ਦਿੰਨੇ ਆ। ਇਹਦੇ ਵਿੱਚ ਇਹ ਇਲਜ਼ਾਮ ਲਾਇਆ ਉੱਥੇ ਦੇ ਸੰਗਠਨਾਂ ਨੇ ਵੀ ਜਿਹੜਾ ਚੰਦਰ ਸ਼ੇਖਰ ਕੌਡੀ ਅਲੀ ਆ ਇਹਦੀ ਗੱਲ 3000 ਕਰੋੜ 'ਚ ਸਰਕਾਰ ਨਾਲ ਚੱਲਦੀ ਸੀ, ਇਹਨੇ ਪਹਿਲਾਂ ਵੀ ਕਰਿਆ ਕੰਮ। ਇਹ ਦਰਸ਼ਨਪਾਲ, ਡਾਕਟਰ ਦਰਸ਼ਨਪਾਲ ਨਹੀਂ ਮੰਨਿਆ, ਪਰ ਇਹ ਹੈ ਕੌਣ? ਚੰਦਰ ਸ਼ੇਖਰ ਕੌਡੀ ਅਲੀ ਇਹ AIKSCC ਦਾ ਮੈਂਬਰ ਹੈ, ਜਿਹਦੇ ਵਿੱਚ ਮੈਂਬਰਾਂ 'ਚ ਕੌਣ ਆਉਂਦਾ? ਉਹ ਆਗੂਆਂ ਨੇ ਇਹ ਗੱਲ ਕੀਤੀ ਸੀ। ਮੈਂ ਵੀ ਸਪਸ਼ਟ ਕਰਦਾ ਪੰਜਾਬ ਦੇ ਲੋਕਾਂ ਨੂੰ, ਪੂਰੇ ਭਾਰਤ ਦੇ ਲੋਕਾਂ ਨੂੰ, ਚੰਦਰ ਸ਼ੇਖਰ ਕੌਡੀ ਅਲੀ AIKSCC ਦਾ ਮੈਂਬਰ ਆ। ਉਸ ਮੈਂਬਰ ਵਿੱਚ ਕੌਣ ਆਉਂਦਾ? ਡਾਕਟਰ ਦਰਸ਼ਨਪਾਲ ਨੇ। ਜੋਗਿੰਦਰ ਯਾਦਵ ਹੈ ਜਿਹੜਾ ਸੁਪਰੀਮੋ ਆਪਣੇ ਆਪ ਨੂੰ ਇਹ ਸਮਝਦਾ ਵੀ ਮੋਰਚਾ ਮੇਰੀ ਜੇਬ 'ਚ। ਕੌਣ ਆ ਜੋਗਿੰਦਰ ਯਾਦਵ? ਉਹਦੀ ਸਵਰਾਜ ਪਾਰਟੀ ਇੱਕ ਸਿਆਸੀ ਬੰਦਾ। ਤੇ ਹਨਨ ਮੌਲਾ, ਹਨਨ ਮੌਲਾ ਕੌਣ ਆ? ਉਹ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਆਉਂਦਾ, ਜਿਨ੍ਹਾਂ ਦੇ ਕੋਲ ਹੱਥਾਂ 'ਚ ਅਸੀਂ SKM ਦਿੱਤਾ ਹੋਇਆ। ਗੱਲ ਇੱਥੇ ਇਹ ਸਮਝਣੇ ਦੀ ਆ ਵੀ ਇਸ ਚੀਜ਼ ਨੂੰ ਅਸੀਂ ਕਿਵੇਂ, ਇਹਦੀ ਜਾਂਚ ਹੋਣ ਦਾ ਵਿਸ਼ਾ। ਅਸੀਂ ਐਲੀਗੇਸ਼ਨ ਨਹੀਂ ਲਾ ਰਹੇ, ਇਹ ਜਾਂਚ ਕੌਣ ਕਰੂਗਾ? ਵੱਡਾ SKM, ਪੂਰੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਣ, ਇਹਦੀ ਸਰਚ ਕੀਤੀ ਜਾਵੇ। ਪਰ ਉਹਦੀ ਤਾਂ ਗੱਲ ਚੱਲਦੀ ਸੀ ਚੰਦਰ ਸ਼ੇਖਰ ਕੌਡੀ ਅਲੀ ਦੀ। ਪਰ ਹੋਇਆ ਕਿਆ? ਜਿਹੜੇ ਸਾਡੇ ਵੀ ਪੰਜਾਬ ਦੇ ਆਗੂ ਤੇ ਦੇਖੋ, ਪੰਜਾਬ ਦੇ ਸਿਰ ਵੱਡਾ ਸਾਡੀ ਦਸਤਾਰ ਉੱਚੀ ਹੋਈ ਸੀ, ਕਿਉਂਕਿ ਤਿੰਨੇ ਕਾਲੇ ਕਾਨੂੰਨਾਂ ਦੇ ਸਭ ਤੋਂ ਪਹਿਲਾਂ ਆਵਾਜ਼ ਪੰਜਾਬ ਦੇ ਆਗੂਆਂ ਨੇ ਚੱਕੀ। ਆਵਾਮ ਇਕੱਠਾ ਹੋਇਆ, ਲੋਕਾਂ ਨੇ ਰੱਜ ਕੇ ਸਾਥ ਦਿੱਤਾ। ਜੇ ਕਾਲੇ ਕਾਨੂੰਨ ਰੱਦ ਕਰਾਏ ਨੇ ਨਾ, ਤਾਂ ਕੋਈ ਵੀ ਆਗੂ ਕਹਿ ਦੇਵੇ ਅਸੀਂ 32 33 37 ਇਹਨਾਂ ਨੇ ਨਹੀਂ ਕਰਾਏ। ਲੋਕਾਂ ਨੇ ਉੱਥੇ 734 ਜਾਨਾਂ ਗਵਾਈਆਂ। ਲਖੀਮਪੁਰ ਵਾਲਾ ਕਾਂਡ ਦੇਖ ਲਓ ਤੁਸੀਂ, 4 ਸਿੱਖ ਭਰਾਵਾਂ ਦੇ ਬੱਚੇ ਮਰੇ ਆ ਉੱਥੇ, ਚਾਹੇ ਉਹ ਨੌਜਵਾਨ ਸੀ ਚਾਹੇ ਬਜ਼ੁਰਗ ਸੀ। ਜਿਹੜੇ ਯੂਪੀ ਦੇ ਆਗੂ ਵੀ ਨਾ ਵੱਡੇ ਆਪ ਨੂੰ ਕਹਾਉਂਦੇ ਆ ਰਕੇਸ਼ ਡਕੈਤ ਵਗੈਰਾ, ਯੁੱਧਵੀਰ ਵਗੈਰਾ, ਹੁਣ ਇੱਥੇ ਐਲੀਗੇਸ਼ਨ ਲਾ ਦੇਣਗੇ ਵੀ ਸਿੱਧਾ ਆਗੂਆਂ ਤੇ ਕਾਹਤੇ ਲਾਉਨੇ ਆ। ਕਿਉਂਕਿ ਹਕੀਕਤ ਆ ਡੈਲੀਗੇਸ਼ਨ ਲੈ ਕੇ ਗਏ ਸੀ ਯੂਪੀ ਦੇ ਵਿੱਚ, ਉਹ ਕੁਝ ਬੋਲੇ ਆ ਉਸ ਸਟੇਟ, ਮਤਲਬ ਜਿਹੜੇ ਪਰਿਵਾਰਾਂ ਨਾਲ ਇਹ ਬੀਤੀ ਆ, ਜਿਨ੍ਹਾਂ ਪਰਿਵਾਰਾਂ ਦੇ ਨਾ ਸ਼ਰੇਆਮ ਇਹ ਮੰਤਰੀ ਦੇ ਬੇਟੇ ਨੇ ਗੱਡੀਆਂ ਚੜ੍ਹਾ ਕੇ ਸ਼ਰੇਆਮ ਉਹਨਾਂ ਨੂੰ ਮਾਰਿਆ ਗਿਆ, ਸੜਿਅੰਤਰ ਰਚ ਕੇ। ਜਿਹੜੇ ਸਾਡੇ 4 ਕਿਸਾਨ ਸ਼ਹੀਦ ਕਰੇ ਆ, ਇੱਕ ਵਿਚਾਰਾ ਪ੍ਰੈਸ ਵਾਲਾ ਵੀ ਕਰਿਆ। ਉਹ ਪਤਾ ਦਾ ਪਿਛੋਕੜ ਪੰਜਾਬ ਦਾ, ਤਾਂ ਕਿਸੇ ਨੇ ਉੱਥੇ ਆਵਾਜ਼ ਨਹੀਂ ਉਠਾਈ। ਤਾਂ ਫਿਰ ਕਿਵੇਂ ਨਹੀਂ ਲਾਵਾਂਗੇ? ਲੋਕਾਂ ਨੂੰ ਤਾਂ ਅਵੇਅਰ ਕਰਨਾ ਪਊਗਾ ਨਾ। ਅੱਜ ਕੋਈ ਅੰਨਾ ਭਗਤ ਬਣ ਕੇ ਇਹਨਾਂ ਆਗੂਆਂ ਦੇ ਪਿੱਛੇ ਲੱਗਿਆ ਰਿਹਾ। ਮੈਂ ਕਹਿੰਦਾ ਵੀ ਘੋਕਣੇ ਦੀ ਲੋੜ ਆ, ਹਲੂਣਾ ਦੇਣੇ ਦੀ ਲੋੜ ਆ। ਜਿਹੜਾ ਚੰਗਾ ਕੰਮ ਕਰਦਾ, ਅਸੀਂ ਲੱਖ ਮਾੜੇ ਹੋ ਸਕਦੇ ਹਾਂ, ਪਰ ਤੁਸੀਂ ਤਾਂ ਦੇਖੋ ਨਾ ਛਾਣ ਕੇ ਵੀ ਜਿਹੜਾ ਚੰਗਾ ਆਗੂ ਆ ਉਹਦੀ ਸਪੋਰਟ ਕਰਨੀ ਚਾਹੀਦੀ ਆ। ਜਿਹੜੇ ਗਲਤ, ਫਿਰ ਬਾਅਦ 'ਚ ਹੋਇਆ ਕਿ ਜੋ ਚੰਦਰ ਸ਼ੇਖਰ ਕੌਡੀ ਅਲੀ ਨੇ ਨਹੀਂ ਹੋਇਆ,
ਦੇਖੋ ਧਰਨਾ ਉਹ ਤੋਂ ਚੁਕਾ ਨਹੀਂ ਹੋਏ ਉੱਤੇ ਧਰਨਾ, ਪਰ ਸਾਡੇ ਵਾਲਿਆਂ ਨੇ ਤਾਂ 378 ਦਿਨ ਧਰਨਾ ਉੱਥੇ ਪੂਰੇ ਭਾਰਤ ਨੇ ਬਾਹਰਲੀਆਂ NRI ਵੀਰਾਂ ਨੇ ਗਰੇ ਪੈਸਿਆਂ ਦੇ ਦੇ ਕੇ ਧਰਨੇ ਚਲਵਾਏ। ਪਰ ਅਸੀਂ ਪ੍ਰਪੋਜ਼ਲ ਸਰਕਾਰਾਂ ਨੂੰ ਕੀ ਬਣਾ ਕੇ ਦੇ ਕੇ ਦਿੰਦੇ ਆ? ਸਟੇਜ ਤੇ ਅਸੀਂ ਬੋਲਦੇ ਆ ਸਕੈਮ ਦੀ, ਤੇ ਮਰ ਜਾਾਂਗੇ ਜਾਨਾਂ ਚਲੇ ਜਾਣ, ਜਿੱਡੀ ਮਰਜ਼ੀ ਕੁਰਬਾਨੀ ਦੇਣੀ ਪਵੇ, ਪਰ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਜਾਵਾਂਗੇ। ਪਰ ਹੋ ਕਿਆ ਰਿਹਾ? ਉਹੀ 3-4 ਆਗੂ ਨੇ ਜਿਹੜੇ ਪੰਜਾਬ ਦੇ, ਉਹੀ ਸਰਕਾਰ ਨਾਲ ਗੱਲ ਚਲਾਉਂਦੇ ਆ। ਕੋਈ ਰਵੀ ਸ਼੍ਰੀ ਨਾਲ ਚਲਾਉਂਦਾ, ਕੋਈ ਰਾਹ ਦੇ ਚੀਫ ਨਾਲ ਚਲਾਉਂਦਾ, ਕੋਈ ਰਾਜੇਵਾਲ ਵਰਗੇ ਪਤਾ ਨਹੀਂ ਕਿਹਦੇ ਨਾਲ ਚਲਾਣੇ ਆ। ਜਿਹੜਾ ਇੱਕ ਦੂਆ ਹੈਗਾ ਕੁਲਵੰਤ ਸੰਧੂ ਵਰਗੇ, ਉਹ ਫਿਰ ਚਲਾ ਰਹੇ ਆ ਕਿਸੇ ਮੰਤਰੀ ਨਾਲ ਗੱਲ। ਤੁਸੀਂ, ਮੈਂ ਵਿਚਾਲੇ ਰੋਕੂੰਗਾ, ਤੁਸੀਂ ਰਾਓ ਦੇ ਚੀਫ ਦੀ ਗੱਲ ਕੀਤੀ ਜਾਂ ਹੋਰ ਗੱਲ ਕੀਤੀ, ਕੋਈ ਆਗੂ ਚਲਾ ਰਿਹਾ, ਨਾਮ ਲੈ ਸਕਦੇ ਹੋ? ਬਿਲਕੁਲ ਜੀ, ਜਿਹੜਾ ਰਾਜੇਵਾਲ ਸੀ ਉਹਨਾਂ ਦੀ ਵੀ ਸੈਂਟਰ ਦੇ ਮੰਤਰੀਆਂ ਨਾਲ ਗੱਲ ਚੱਲਦੀ ਸੀ। ਜਿਹੜਾ ਜਮਹੂਰੀ ਕਿਸਾਨ ਸਭਾ ਦਾ ਜਨਰਲ ਸਕੱਤਰ ਆ ਕੁਲਵੰਤ ਸੰਧੂ, ਜਿਹਨੂੰ ਮੱਤੇਵਾੜੇ ਨਹੀਂ ਬੋਲਣ ਦਿੱਤਾ, ਠੀਕ ਆ ਜੀ, ਉਹਨਾਂ ਦੀ ਵੀ ਮੰਤਰੀ ਨਾਲ ਗੱਲ ਚੱਲਦੀ ਸੀ। ਬੂਟਾ ਸਿੰਘ ਬੁਰਜਗਿੱਲ ਦੀ ਰਾਹ ਦੇ ਚੀਫ ਨਾਲ ਗੱਲ ਚੱਲਦੀ ਸੀ। ਹਰਮੀਤ ਸਿੰਘ ਕਾਦੀਆਂ ਦੀ ਰਵੀ ਸ਼੍ਰੀ ਨਾਲ ਗੱਲ ਚੱਲਦੀ ਸੀ। ਜਿਹੜੀ ਆਹ ਚਿੱਠੀ ਇੱਕ ਭੱਬਲ ਪੂਸੇ 'ਚ ਬਹੁਤ ਪਏ ਹੋਏ ਆ ਸਾਰੇ। ਰਾਜੇਵਾਲ ਵੀ ਕਹਿੰਦਾ ਸੀ, ਰਾਜੇ ਵਾਲੇ ਮੀਟਿੰਗਾਂ 'ਚ ਮੰਨਿਆ, ਜਦੋਂ 8 ਦਸੰਬਰ ਨੂੰ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ ਕੁੰਡਲੀ ਬਾਰਡਰ ਤੇ, ਉਹ ਮਨਜੀਤ ਸਿੰਘ ਰਾਏ ਦੇ ਡੇਰੇ 'ਚ ਹੋਈ ਆ। ਚਾਹੇ ਆਗੂ ਇਹ ਕੁਝ ਵੀ ਕਹਿਣ, ਪਰ ਜੋ ਸੰਧੀ ਇਹਨਾਂ ਦੀ ਬਣੀ ਗਈ ਆ, ਇਹਨਾਂ ਨੇ ਪ੍ਰਪੋਜ਼ਲ ਭੇਜੀ ਤੀ। ਮੈਂ ਤਾਂ ਇੱਕ ਗੱਲ ਕਹੂੰਗਾ, ਜੇ ਝੂਠ ਆ ਰਾਜੇਵਾਲ, ਹਰਮੀਤ ਕਾਦੀਆਂ ਜਾਂ ਬੂਟਾ ਬੁਰਜਗਿੱਲ ਨਹੀਂ ਕਹਿੰਦੇ, ਸਾਡੇ ਉਹਦੇ 'ਚ ਤਾਂ ਪਹਿਲਾਂ ਗੱਲ ਇਹ ਹੈਗੀ ਆ, ਸਹੁੰ ਖਾਣੀ ਵੀ ਗਲਤ, ਖਿਲਾਉਣੀ ਵੀ ਗਲਤ। ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਪਰ ਸਾਡੀ ਸੁਪਰੀਮੋ ਕਿਹਾ, ਸਾਡੀ ਸੁਪਰੀਮੋ ਅਕਾਲ ਤਖਤ ਸਾਹਿਬ ਆ, ਜਾ ਕੇ ਕਹਿ ਦੇਣ ਵੀ ਅਸੀਂ ਨਹੀਂ ਚਿੱਠੀ ਲਿਖੀ। ਮੈਂ ਕਹਿ ਸਕਦਾ ਵੀ ਆਹ ਚਿੱਠੀ ਪ੍ਰਪੋਜ਼ਲ ਇਹਨਾਂ ਨੇ ਭੇਜੀ ਆ, ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਸਕਦਾ। ਵੱਡੀ ਗੱਲ ਕਹਿ ਸਕਦੇ ਹੋ ਬਾਈ ਜੀ, ਵਿਵਾਦ ਹੋ ਸਕਦਾ ਕਿ ਇੱਕ ਕਿਸਾਨ ਆਗੂ ਨੇ ਆਪਣੇ ਸਾਥੀਆਂ ਉੱਪਰ ਹੀ ਵੱਡੇ ਐਲੀਗੇਸ਼ਨ ਲਾਤੇ। ਮੈਂ ਕਹਿ ਰਿਹਾ, ਮੈਂ ਉਹਦੇ ਵਿੱਚ ਮੈਨੂੰ ਬਿਲਕੁਲ ਪੂਰਾ ਪ੍ਰੂਫ ਆ। ਬਹੁਤ ਕੰਜਰਖਾਨਾ ਹੋਇਆ ਯਾਰ, ਉੱਤੇ ਸਮਝਣੇ ਦੀ ਲੋੜ ਆ। ਕਿਤੇ ਨਖੇੜਾ ਕਰਨਾ ਸੌਖਾ ਨਹੀਂ, ਜਿਹੜੀ ਅਸੀਂ ਗੱਲ ਅੱਜ ਲਕੀਰ ਖਿੱਚੀ ਬੈਠੇ ਆ। ਪਰ ਲੋਕ 734 ਲਾਸ਼ਾਂ ਤੇ ਅਸੀਂ ਸਿਆਸਤ ਕੀਤੀ ਆ। ਅਸੀਂ ਜੇ ਅੱਜ ਜਿਹੜੀ ਤੁਸੀਂ 22 ਅਗਸਤ ਦੀ ਗੱਲ ਕਰਦੇ ਹੋ, ਅਸੀਂ ਧਰਨਾ ਲਾਉਣ ਜਾ ਰਹੇ ਹਾਂ ਜੰਤਰ ਮੰਤਰ ਤੇ। ਕਿਉਂ ਲਾਉਣਾ ਪਿਆ? ਇਹ ਵੀ ਕਿਸਾਨ ਆਗੂਆਂ ਦੇ ਪੱਗਾਂ ਤੇ, ਪੰਜਾਬ ਦੇ ਆਗੂਆਂ ਨੇ ਸਾਡੇ ਪੱਗਾਂ ਤੇ ਦਾਗ ਲਵਾਇਆ। ਧਰਨਾ ਲਾਉਣੇ 'ਚ ਵੀ ਮੂਹਰੇ, ਚੱਕਣੇ 'ਚ ਵੀ ਪਹਿਲਾਂ। ਕਾਰਨ ਕੀ ਸੀ? ਇੱਧਰ ਇਲੈਕਸ਼ਨ ਆਉਣ ਤੇ ਅਸੀਂ ਲੇਟ ਹੁੰਦੇ ਤੇ। ਮਤਲਬ ਕਿ ਜਿਹੜਾ ਧਰਨਾ ਚੱਕਿਆ ਗਿਆ, ਉਹ ਗਲਤੀ ਮੰਨਦੇ ਹੋ ਤੁਸੀਂ, ਆਗੂਆਂ ਦੀ ਗਲਤੀ? ਬਿਲਕੁਲ। ਅਸੀਂ ਲਾਸਟ ਤੱਕ, ਮੈਂ ਬੈਟਾਂ ਵੀ ਆਪਣੀਆਂ ਚੱਕ ਕੇ ਦੇ ਦੂੰਗਾ, ਉਹਦੇ ਵਿੱਚ ਅਸੀਂ ਵੀ ਹੋ ਸਕਦੇ ਹਾਂ। ਅਸੀਂ ਲਾਸਟ ਤੱਕ ਪਿੜਦੇ ਰਹੇ ਹਾਂ ਵੀ 20 ਦਿਨ ਹੋਰ ਬਹਿ ਜਾਓ ਤੇ ਆਹ ਤੁਹਾਡਾ ਕਾਨੂੰਨ ਵੀ ਬਣ ਜਾਊਗਾ। MSP ਤੇ ਕਮੇਟੀ ਦੀ ਗੱਲ ਨਹੀਂ ਜੀ, MSP ਤੇ ਕਮੇਟੀ, MSP ਤੇ ਕਾਨੂੰਨ ਮੰਗਿਆ ਸੀ, ਇਹ ਸਾਡੇ ਆਗੂ ਮੁੱਕਰ ਚੁੱਕੇ ਆ। ਪਰ ਲਖੀਮਪੁਰ ਵਾਲਾ ਮਸਲਾ ਵੀ ਹੱਲ ਹੋ ਜਾਊਗਾ। ਜਿਹੜੇ ਭਾਰਤ ਦੇ ਪੂਰੇ ਪਰਚੇ ਆ ਉਹ ਵੀ ਰੱਦ ਹੋ ਜਾਣਗੇ। ਪਰ ਇਹਨਾਂ ਦੇ ਅੱਗ ਲੱਗੀ ਹੋਈ ਸੀ ਪੰਜਾਬ 'ਚ ਆ ਕੇ ਚੋਣਾਂ ਲੜਨੇ ਦੀ, ਉਹ ਤਾਂ ਪ੍ਰੈਕਟੀਕਲ ਤੁਹਾਡੇ ਸਾਹਮਣੇ ਹੋ ਗਿਆ, ਲੋਕਾਂ ਦੇ ਸਾਹਮਣੇ ਹੀ ਸਾਰਾ ਕੁਝ ਹੋਇਆ। ਜਦੋਂ ਸਮਾਜ ਪਾਰਟੀ ਆ ਕੇ ਚੰਡੀਗੜ੍ਹ 'ਚ ਬਣਾਈ ਆ, ਕਿੰਨੇ 22 ਜਥੇਬੰਦੀਆਂ ਤੇ ਕਾਰਵਾਈ ਕਿਉਂ ਹੋਈ? ਜੇ ਉਹਨਾਂ ਨੇ ਪਾਰਟੀ ਬਣਾਈ ਹੈ ਤਾਂ ਹੀ ਹੋਈ। ਚੜੂਨੀ ਸਾਹਿਬ ਤੇ ਕਾਰਵਾਈ ਕਿਉਂ ਹੋਈ? ਜੇ ਪਾਰਟੀ ਬਣਾਈ ਆ ਤਾਂ ਹੀ ਹੋਈ ਨਾ। ਇਹ ਮੈਂ ਤਾਂ ਨਹੀਂ ਕਰੀ, ਪੂਰੇ ਭਾਰਤ ਦਾ ਜਿਹੜਾ ਸਕੈਮ ਤਾਂ ਉਹਨਾਂ ਨੇ ਕਰੀ ਆ। ਪਰ ਇਹ ਤਾਂ ਹਕੀਕਤ ਹੋ ਗਈ। ਹੁਣ ਤੁਸੀਂ ਚੋਣਾਂ ਵੀ ਲੜ ਲਓ। ਜਦੋਂ ਕੋਈ ਹੋਰ ਸਿਆਸੀ ਆਗੂ ਸਕੈਮ ਦੀ ਸਟੇਜ ਕੋਲ ਚਲੇ ਜਾਂਦਾ ਸੀ, ਉਦੋਂ ਉਹਦੇ ਕੱਪੜੇ ਪਾੜਨੇ ਤੱਕ ਜਾਂਦੇ ਸੀ। ਫਿਰ ਹੁਣ ਕਿਆ ਰਹਿ ਗਿਆ ਪਿੱਛੇ? ਇਹਦਾ ਮਤਲਬ ਜਦ ਮਰਜ਼ੀ ਤੁਸੀਂ ਧਰਨਿਆਂ ਤੇ, ਜਦ ਮਰਜ਼ੀ ਸਰਕਾਰਾਂ ਨਾਲ ਗੱਲ ਕਰ ਲਓ। ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਆਉਂਦੀ ਆ ਵੀ ਜਦੋਂ ਸਰਕਾਰ ਗੱਲ ਨਹੀਂ ਸੀ ਕਰਦੀ, ਕਈ ਬੰਦਿਆਂ ਦੀ ਇਹ ਡਿਊਟੀ ਲੱਗੀ ਸਰਕਾਰ ਨਾਲ ਗੱਲ ਚਲਾਓ। ਪਰ ਗੱਲ ਇੱਥੇ ਵੀ ਤੀ ਵੀ ਸਰਕਾਰ ਨਾਲ ਗੱਲ ਚਲਾਓ। ਉਹ ਜੋ ਸਰਕਾਰ ਨਾਲ ਤੁਹਾਡੀ ਕਿੰਨੀ ਵੀ ਗੱਲ ਹੁੰਦੀ ਆ, ਕਿਵੇਂ ਵੀ ਗੱਲ ਹੁੰਦੀ ਆ, ਜਦੋਂ ਪੰਜਾਬ ਦੇ ਆਗੂਆਂ ਦੀ ਮੀਟਿੰਗ ਹੋਊ ਉਹਦੇ ਵਿੱਚ ਦੱਸਣਾ ਪਊ, ਜਦੋਂ SKM ਦੀ ਮੀਟਿੰਗ ਹੋਊਗੀ ਉਹਦੇ ਵਿੱਚ ਦੱਸਣਾ ਪਊ। ਪਰ ਸਾਰੇ ਲੋਕਾਂ ਨੂੰ ਧੋਖੇ 'ਚ ਰੱਖਿਆ ਗਿਆ। ਕਈ ਕਿਸਾਨ ਆਗੂਆਂ ਨੂੰ, ਹੋਰ ਸਟੇਟਾਂ ਦੇ ਆਗੂਆਂ ਨੂੰ ਵੀ ਧੋਖੇ 'ਚ ਰੱਖਿਆ ਗਿਆ। ਜਿਹੜੇ ਆਵਾਮ ਬੈਠੇ ਸੀ, ਜਿਨ੍ਹਾਂ ਨੇ 734 ਪੰਜਾਬ ਦੇ ਜਾਂ ਮਹਾਰਾਸ਼ਟਰ ਪੂਰੇ ਭਾਰਤ ਦੇ ਲੋਕਾਂ ਨੇ ਜਾਨਾਂ ਗਵਾਈਆਂ, ਉਹਨਾਂ ਦੇ ਵੀ ਪਿੱਠ 'ਚ ਛੁਰਾ ਮਾਰਿਆ ਗਿਆ। ਬਾਈ ਤੁਸੀਂ ਕਹਿੰਦੇ ਹੋ ਹੋਰ ਸਟੇਟਾਂ ਦੇ ਆਗੂਆਂ ਨੂੰ ਧੋਖੇ 'ਚ ਰੱਖਿਆ ਗਿਆ, ਪੰਜਾਬ ਦੇ ਲੋਕਾਂ ਨੂੰ ਧੋਖੇ 'ਚ ਰੱਖਿਆ ਗਿਆ। ਜੇ ਕੱਲ ਨੂੰ ਕੋਈ ਵੱਡਾ ਕਿਸਾਨੀ ਸੰਘਰਸ਼ ਲੜਨ ਦੀ ਲੋੜ ਪੈ ਜਾਂਦੀ ਆ, ਕੱਲ ਨੂੰ ਫਿਰ ਚਾਹੇ ਪਾਣੀਆਂ ਦਾ ਮੁੱਦਾ ਲੈ ਕੇ ਰਾਜਸਥਾਨ ਵੱਲ ਕੂਚ ਕਰਨਾ ਪੈ ਜਾਂਦਾ, ਚਾਹੇ ਦੁਬਾਰਾ ਦਿੱਲੀ ਜਾਣਾ ਪੈ ਜਾਂਦਾ, ਕੀ ਹੋਰ ਸਟੇਟਾਂ ਦੇ ਲੋਕ ਤੇ ਪੰਜਾਬ ਦੇ ਲੋਕ ਫਿਰ ਕਿਸਾਨਾਂ ਤੇ ਭਰੋਸਾ ਕਰਨਗੇ? ਤੁਸੀਂ ਕਿਉਂਕਿ ਵੱਡੇ ਐਲੀਗੇਸ਼ਨ ਲਾਏ ਨੇ ਆਪਣੀ ਆਗੂਆਂ ਤੇ, ਫਿਰ ਇਸ ਤਰ੍ਹਾਂ ਭਰੋਸਾ ਕਿਵੇਂ ਕਰ ਲੈਣਗੇ ਲੋਕ? ਦੇਖੋ, ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ, ਇਹ ਤੋਂ ਪਹਿਲਾਂ ਵੀ ਆਪਾਂ ਨੂੰ ਅਵੇਅਰ ਹੋਣਾ ਪਊਗਾ, ਆਪਾਂ ਨੂੰ ਸਮਝਣਾ ਪਊਗਾ ਵੀ ਲੜਾਈ ਕੀ ਆ, ਆਗੂਆਂ ਤੇ ਸਮਝਣਾ ਪਊਗਾ। ਅੱਜ ਮੈਂ ਨਹੀਂ ਕਹਿੰਦਾ, ਰਾਜੇਵਾਲ ਸਾਹਿਬ ਦੀਆਂ ਬਾਈਟਾਂ ਸੁਣ ਲਿਓ ਵੀ ਮੇਰੇ ਨਾਲ ਇਹਨਾਂ ਲੋਕਾਂ ਨੇ ਧੋਖਾ ਕੀਤਾ।
ਲੈਫਟ ਵਾਲਿਆਂ ਨੇ ਧੋਖਾ ਕੀਤਾ, ਜਿਹਨੇ ਸਮਾਜ ਮੋਰਚਾ ਮੈਂ ਨਹੀਂ ਤਾਂ ਬਣਾਉਣਾ ਚਾਹੁੰਦਾ, ਮੇਰੇ ਨਾਲ ਧੋਖਾ ਕੀਤਾ। ਉਹ ਜਦ ਭਾਈ ਰਾਜੇਵਾਲ ਨਾਲ ਧੋਖਾ ਕਰਕੇ ਫਿਰ ਤੁਹਾਡੇ ਨਾਲ ਧੋਖਾ ਕਰਨਾ ਕੀ ਔਖਾ? ਮੈਂ ਤਾਂ ਨਹੀਂ ਕਹਿ ਰਿਹਾ, ਤਾਂ ਰਾਜੇਵਾਲ ਸਾਹਿਬ ਕਹਿ ਰਹੇ ਆ। ਸੋ ਮੇਰੇ ਕਹਿਣ ਦਾ ਭਾਵ ਜਿਹੜੇ ਆਵਾਮ ਆ ਅਸੀਂ ਉਹਨਾਂ ਨੂੰ ਅਵੇਅਰ ਕਰਾਂਗੇ। ਜਿਵੇਂ ਕੱਲ ਸਰਦਾਰ ਉਦਮ ਸਿੰਘ ਨੇ 21 ਸਾਲ ਦਰਦ ਛਾਤੀ 'ਚ ਰੱਖਿਆ, ਅੱਗ ਛਾਤੀ 'ਚ ਰੱਖੀ, 21 ਸਾਲ ਬਾਅਦ ਜਾ ਕੇ ਬਦਲਾ ਲਿਆ ਲੰਡਨ 'ਚ। ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ, ਉਹਨਾਂ ਤੋਂ ਸਾਨੂੰ ਸੇਧ ਲੈਣੇ ਦੀ ਲੋੜ ਆ। ਪਰ ਇੱਕ ਹੋਰ ਵੱਡੀ ਗੱਲ ਆ, ਬਹੁਤ ਵੱਡਾ ਇਕੱਠ ਹੋਇਆ, ਵੱਡੀ ਲੜਾਈ ਲੜਾਂਗੇ, ਪਰ ਨਾਨ ਪੋਲੀਟੀਕਲ ਰੱਖ ਕੇ ਲੜਾਂਗੇ। ਬਸ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਲੋਕ ਨਾਨ ਪੋਲੀਟੀਕਲ ਸਕੀਮ ਚਲਾਉਣਾ ਚਾਹੁੰਦੇ ਆ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਜੋ ਪੰਜਾਬ 'ਚ ਹੋਰ ਵੀ ਟੋਲ ਪਲਾਜ਼ਿਆਂ ਤੇ ਜਾਂ ਕੋਈ ਹੋਰ ਜਥੇਬੰਦੀਆਂ ਕੰਮ ਕਰਦੀਆਂ, ਉਹ ਸਾਡੇ 'ਚ ਆ ਸਕਦੀਆਂ। ਕਿਉਂਕਿ ਨਾਨ ਪੋਲੀਟੀਕਲ ਤੋਂ ਬਿਨਾਂ ਅਗਰ ਪ੍ਰੈਸ਼ਰ ਗਰੁੱਪ ਨਹੀਂ ਹੋਊਗਾ ਤਾਂ ਤੁਸੀਂ ਕੰਮ ਨਹੀਂ ਕਰ ਸਕਦੇ। ਇਹਦਾ ਰਿਜ਼ਲਟ ਸਾਨੂੰ ਮਿਲਿਆ ਨਹੀਂ। ਪ੍ਰੈਸ਼ਰ ਗਰੁੱਪਦਾਰ ਸਿਆਸੀ ਪਾਰਟੀਆਂ ਨੇ ਧਾਰੀਵਾਲ ਨਾਲ ਮੀਟਿੰਗ ਕਰਕੇ ਪੇਮੈਂਟ ਕਿਸ਼ਤਾਂ 'ਚ ਕਰਾ ਲਈ। ਇਹ ਇੱਕ ਸਰਕਾਰੀ ਹੋ ਗਿਆ ਨਾ ਕੰਮ। ਅਗਰ ਜੇ ਉੱਥੇ ਅੜਦੇ ਵੀ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ, ਫਿਰ ਪੂਰੀ ਗੰਨੇ ਦੀ ਪੇਮੈਂਟ ਕਿਉਂ ਨਹੀਂ ਪਾਉਂਦੇ? ਕਿਆ ਗੱਲ ਗੰਨੇ ਕਾਸ਼ਤਕਾਰਾਂ ਤੇ ਕਿਆ ਗਲਤੀ ਹੋ ਗਈ? ਗੰਨੇ ਕਾਸ਼ਤਕਾਰਾਂ ਨਾਲ ਇਹਨਾਂ ਆਗੂਆਂ ਨੇ, ਸਰਕਾਰ ਨੇ ਵੱਡਾ ਧੋਖਾ ਕੀਤਾ ਜੀ। ਰਾਜਨੀਤਿਕ ਲਾਸਟ ਸਵਾਲ ਮੈਂ ਤੁਹਾਨੂੰ ਕਰੂੰਗਾ, ਰਾਜਨੀਤਿਕ ਗੈਰ ਰਾਜਨੀਤਿਕ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਗੈਰ ਰਾਜਨੀਤਿਕ ਮੋਰਚੇ ਦੇ ਵਿੱਚ ਜੇਕਰ ਕੋਈ ਆਉਣਾ ਚਾਹੇ, ਜਿਹੜੇ ਰਾਜਨੀਤਿਕ ਹੋ ਚੁੱਕੇ ਨੇ ਆਗੂ, ਜੇਕਰ ਉਹ ਗੈਰ ਰਾਜਨੀਤਿਕ ਮੋਰਚੇ ਦੇ ਵਿੱਚ ਕੱਲ ਨੂੰ ਸ਼ਮੂਲੀਅਤ ਕਰਨਾ ਚਾਹਣ, ਜਿੰਨੇ ਵੀ ਵੱਡੇ ਆਗੂ ਨੇ, ਇਜਾਜ਼ਤ ਦਓਗੇ? ਦੇਖੋ ਜੀ, ਉਹਦੇ ਵਿੱਚ ਇਹ ਗੱਲ ਹੈਗੀ ਆ, ਜਦੋਂ ਅਸੀਂ ਪਹਿਲਾਂ ਧਰਨੇ ਪੰਜਾਬ 'ਚ ਲਾਏ ਨੇ ਜਾਂ ਦਿੱਲੀ ਲਾਇਆ, ਉੱਥੇ ਕੀ ਗੱਲ ਸੀ ਵੀ ਕੋਈ ਵੀ ਆ ਸਕਦਾ ਸਿਆਸੀ, ਸਾਹਮਣੇ ਬੈਠੇ ਉਹਨੂੰ ਸਟੇਜ ਸਾਂਝੀ ਨਹੀਂ ਕਰਨੀ ਮਿਲੂਗੀ। ਠੀਕ ਆ ਜੀ। ਜੇ ਕੋਈ ਆਉਣਾ ਚਾਹੁੰਦਾ, ਪਰ ਉਹ ਜਥੇਬੰਦੀ ਦੇ ਜੇ ਕੋਈ ਇਹਦੇ ਵਿੱਚ ਕੋਈ ਅਸੀਂ ਕਾਲ ਦੇਤੀ, ਉਹਦੇ ਵਿੱਚ ਸਾਡੇ ਨਾਲ ਸਾਥ ਦੇ ਕੇ ਸਮਰਥਨ ਕਰਨਾ ਚਾਹੁੰਦਾ, ਉਹ ਕਰ ਸਕਦਾ, ਪਰ ਸਟੇਜ ਸਾਂਝੀ ਨਹੀਂ ਹੋਣੀ। ਤਾਂ ਫਿਰ ਗੈਰ ਰਾਜਨੀਤਿਕ ਔਰ ਰਾਜਨੀਤਿਕ 'ਚ ਫਰਕ ਕੀ ਰਹਿ ਗਿਆ? ਸੋ ਜਿਹੜੇ ਸਿਸਟਮ ਤੇ ਜਾਂ ਜਿਹੜੇ ਪਾਲਿਸੀ ਤੇ, ਜਿਹੜੇ ਮੁੱਦਿਆਂ ਤੇ ਐਸਕੇਐਮ ਨੂੰ ਚਲਾਇਆ ਸੀ, ਦੱਸੋ। ਅਗਰਾਹਾਂ ਵਰਗੇ ਆਗੂ ਵੀ ਕਹਿੰਦੇ ਸੀਗੇ, ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਅੱਜ ਮੰਨਦਾ ਅਗਰਾਹਾਂ, ਇਹ ਚੀਜ਼ਾਂ ਨੂੰ ਅਸੀਂ ਵਿੱਚ ਬਹਿ ਕੇ ਦੇਖਿਆ ਇਹਨਾਂ ਦੀਆਂ ਪਾਲਿਸੀਆਂ ਤੋਂ ਦੇਖ ਕੇ ਲਕੀਰ ਖਿੱਚੀ ਗਈ ਆ, ਇਦਾਂ ਨਹੀਂ ਖਿੱਚ ਹੁੰਦੀ। ਅਗਰਾਹਾਂ ਬੋਲਦਾ ਸੀ ਵੀ ਜਿਹੜੇ ਗੈਰ ਰਾਜਨੀਤਿਕ, ਜਿਹੜੇ ਸਿਆਸੀ ਲੋਕ ਚਲੇ ਗਏ, ਉਹਨਾਂ ਦਾ ਕੀ ਪਤਾ ਕਦ ਭਰੋਸਾ, ਉਹਨੀਆਂ ਬੇਟਾਂ ਸੁਣ ਲਿਓ। ਅੱਜ ਉਹ ਵੀ ਕੱਲ ਕੋਈ ਬਿਆਨ ਆਇਆ ਉਹਨਾਂ ਦਾ, ਉਹ ਵੀ ਕਹਿੰਦੇ ਆ ਵੀ ਜੇ ਵੋਟਾਂ ਲੜ ਲਈਆਂ ਜਾਂ ਸਿਆਸਤ ਲੜ ਲਈ ਫਿਰ ਕੀ ਹੋ ਗਿਆ? ਦੇਖੋ ਜੀ, ਇਹ ਸਿਆਸਤ ਵਾਲੇ ਲੋਕਾਂ ਤੋਂ ਬਚਣਾ ਪਊਗਾ। ਤੁਸੀਂ ਕਿਵੇਂ ਭਰੋਸਾ ਕਰ ਲਓਗੇ? ਸਾਨੂੰ ਤਾਂ ਭਰੋਸਾ ਨਹੀਂ। ਸੰਗਤ ਕਿਵੇਂ ਭਰੋਸਾ ਕਰ ਲੂ? ਸੰਗਤ ਤੁਹਾਡੇ ਨਾਲ ਕਿਉਂ ਤੁਰੂਗੀ? ਉਹੀ ਆਗੂਆਂ ਨੂੰ ਤੁਸੀਂ ਫੇਰ ਮੂਹਰੇ ਬਿਠਾ ਲਤਾ ਜਿਨ੍ਹਾਂ ਨੇ ਅਗਰ ਲੋਕਾਂ ਨੂੰ ਐਕਸੈਪਟ ਹੁੰਦੀ, ਪੰਜਾਬ ਦੇ ਲੋਕਾਂ ਨੂੰ ਇਹ ਚੰਗੇ ਹੁੰਦੇ, ਤੁਸੀਂ ਤਾਂ ਨਹੀਂ ਜਾ ਕੇ ਪਿੰਡਾਂ 'ਚ ਵਿਰੋਧ ਕਰਿਆ, ਅਸੀਂ ਤਾਂ ਨਹੀਂ ਜਾ ਕੇ ਵਿਰੋਧ ਕਰਿਆ ਵੀ ਇਹਨਾਂ ਨੂੰ ਵੋਟਾਂ ਨਾ ਪਾਓ। ਫਿਰ ਕਿਉਂ 4-4 ਹਜ਼ਾਰ ਵੋਟਾਂ ਨਿਕਲੀਆਂ? ਕਿਉਂ ਜੂ ਟਰਨ ਲਏ? ਜਦੋਂ ਪਿੰਡਾਂ 'ਚ ਲੋਕ ਇਹਨਾਂ ਦੇ ਜੁੱਤੀਆਂ ਮਾਰਨ ਲੱਗੇ, ਜਦੋਂ ਇਹਨਾਂ ਆਗੂਆਂ ਨੂੰ ਲਾਹਨਤਾਂ ਪਈਆਂ, ਇਹਨਾਂ ਨੇ ਜੂ ਟਰਨ ਤਾਂ ਮਾਰੇ ਨੇ। ਫਿਰ ਬਾਅਦ 'ਚ ਕੀ ਆ ਗਿਆ? ਐਸਐਸ ਮੋਰਚੇ ਬਣਾਉਣੇ ਦੇ ਵਿੱਚ 22 ਜਥੇਬੰਦੀਆਂ ਦਾ 1001% ਯੋਗਦਾਨ ਆ। ਪਰ ਜਦੋਂ ਇਹਨਾਂ ਦੇ ਜੁੱਤੀਆਂ ਪੈਣ ਲੱਗੀਆਂ ਇਹਨਾਂ ਦੇ ਕੇਡਰਾਂ ਤੋਂ ਜਾਂ ਆਵਾਮ ਲੋਕਾਂ ਤੋਂ, ਇਹਨਾਂ ਨੇ ਜੂ ਟਰਨ ਤਾਂ ਲਿਆ। ਪਰ ਕਿਤੇ ਨਾ ਕਿਤੇ ਰਾਜੇਵਾਲ ਵੀ ਸਹੀ ਗੱਲ ਕਹਿੰਦਾ, ਇਹਨਾਂ ਨੇ ਜਿਹੜੀਆਂ ਸੀਟਾਂ ਆਪਦੇ ਚਹੇਤਿਆਂ ਨੂੰ ਦਵਾਈਆਂ। ਕਈ ਇਹੋ ਜਿਹੇ ਅਹੁਦਿਆਂ ਤੇ ਬੰਦੇ ਬੈਠੇ ਆ, ਜਿਹੜੀ ਜਥੇਬੰਦੀਆਂ ਕਹਿੰਦਾ ਮੇਰਾ ਤਾਂ ਕੋਈ ਇਹਦੇ ਨਾਲ ਲੈਣ ਦੇਣ ਨਹੀਂ ਸੀ, ਸਮਾਜ ਮੋਰਚਾ, ਮੈਂ ਤਾਂ ਪਿੱਛੇ ਹਟ ਗਿਆ। ਇਹਨਾਂ ਨੇ ਆਪਦੇ ਆਗੂਆਂ ਨੂੰ ਟਿਕਟਾਂ ਦਵਾਈਆਂ ਹੋਈਆਂ ਪਾਰਟੀ ਤੋਂ। ਕਿਹੜੇ ਆਗੂ ਵਾਲੇ? ਸਾਰੇ ਆਗੂਆਂ ਜੀ। ਹਰਮੀਤ ਕਾਦੀਆਂ ਕਹਿੰਦਾ ਮੈਂ ਜੂ ਟਰਨ ਲਿਆ, ਇਹਦਾ ਬੁਲਾਰਾ, ਮੁੱਖ ਬੁਲਾਰਾ ਮੋਹਾਲੀ ਤੋਂ ਖੜਾ ਸੀ, ਰਵਨੀਤ ਬਰਾੜ। ਇਹ ਗੱਲ ਤਾਂ ਕਰਨ ਜੀ, ਲੋਕਾਂ ਨੂੰ ਕਿਉਂ ਚੱਕਰਾਂ 'ਚ ਪਾਈ ਫਿਰਦੇ ਆ? ਕਿਹਨੇ ਨਹੀਂ ਲਏ? ਜਿੰਨੀਆਂ 22 ਜਥੇਬੰਦੀਆਂ ਦੇ ਸਾਰੇ ਆਗੂਆਂ ਨੇ ਆਪ ਦੇ ਬੰਦੇ ਖੜਾਏ ਆ। ਉਹ ਜਿਹੜੀ ਕਮੇਟੀ 'ਚ ਰਾਜੇਵਾਲ ਖੁਦ ਬੋਲਦਾ, ਕਿਤੇ ਨਾ ਕਿਤੇ ਮਨਜੀਤ ਰਾਏ ਵੀ ਐਸਐਸ ਮੋਰਚੇ ਨਾਲ ਜੁੜਿਆ, ਜਿਹੜਾ ਕਹਿੰਦਾ ਮੇਰਾ ਬਿਲਕੁਲ ਇਹ ਲਿੰਕ ਨਹੀਂ ਹੈ। ਇਹ ਸਾਰਿਆਂ ਨੇ ਕਿਤੇ ਨਾ ਕਿਤੇ ਸਾਰਾ ਕੁਛ ਆ। ਦੇਖੋ, ਕਈ ਵੋਟਾਂ ਤੋਂ ਬਾਹਰ ਹੈ ਕਿ ਮੇਰੇ ਵਰਗਿਆਂ ਨੇ ਇਹ ਵੀ ਚਾਹਿਆ ਵੀ ਚਲੋ ਕੋਈ ਨਹੀਂ, ਰਾਜੇਵਾਲ ਸਾਹਿਬ ਮੈਨੂੰ ਕੋਈ ਚੇਅਰਮੈਨ ਹੀ ਦੇ ਦੇਣਗੇ। ਕਿਤੇ ਨਾ ਕਿਤੇ ਲਾਲਚਾ ਸਾਰਿਆਂ ਨੂੰ ਸੀ, ਤਾਂ ਹੀ ਉੱਥੇ ਸਾਥ ਦਿੱਤਾ। ਅਗਰ ਜੇ ਰਾਜੇਵਾਲ ਅੱਜ ਗੱਲ ਕਹਿੰਦਾ, ਰਾਜੇਵਾਲ ਸਾਹਿਬ ਬੜੇ ਸਤਿਕਾਰਯੋਗ ਨੇ, ਕਹਿੰਦੇ ਨੇ ਮੇਰੀ ਗਲਤੀ ਨਹੀਂ, ਤਾਂ ਉੱਥੇ ਅੜ ਜਾਂਦੇ ਵੀ ਅਸੀਂ 20 ਦਿਨ ਧਰਨਾ ਨਹੀਂ ਚੱਕਣਾ। ਪੰਜਾਬ ਦੇ ਆਗੂਆਂ ਨੇ ਧਰਨਾ ਚੁਕਾਇਆ, ਜਿਨ੍ਹਾਂ ਨੇ ਸਿਆਸਤ ਲੜੀ, ਇਹਨਾਂ ਲੋਕਾਂ ਨੇ, ਜਿਨ੍ਹਾਂ ਨੇ ਐਸਐਸ ਮੋਰਚੇ ਦਾ ਸਾਥ ਦਿੱਤਾ, ਇਹਨਾਂ ਨੇ ਆਗੂਆਂ ਨੇ ਧਰਨਾ ਚੁਕਾਇਆ। ਆਪ ਦੀਆਂ ਟਰਾਲੀਆਂ ਪਹਿਲਾਂ ਭੇਜਤੀਆਂ, ਲੰਗਰਾਂ 'ਚ ਵੀ ਇਹ ਲੋਕ ਗਏ ਆ ਜਾ ਕੇ ਵੀ ਤੁਸੀਂ ਚਲੋ ਹੁਣ ਤਾਂ ਸਮਾਪਤ ਹੋ ਗਿਆ, ਕਾਲੇ ਕਾਨੂੰਨ ਰੱਦ ਹੋ ਗਏ। ਸੋ ਬਹੁਤ ਵੱਡਾ ਐਲੀਗੇਸ਼ਨ, ਤੁਸੀਂ ਜਿਹੜਾ ਕਹਿੰਦੇ ਐਲੀਗੇਸ਼ਨ ਨਹੀਂ, ਇਹ ਸੱਚ ਆ। ਇਹ ਪੱਗ ਤੇ ਅਸੀਂ ਦਾਗ ਲਵਾ ਕੇ ਆਏ ਆ। ਜਦ ਤੱਕ ਯੂਪੀ ਨੂੰ ਇਨਸਾਫ ਨਹੀਂ ਮਿਲਦਾ, ਐਮਐਸਪੀ ਤੇ ਕਾਨੂੰਨ ਨਹੀਂ ਬਣਦਾ। ਅੱਜ ਕਮੇਟੀ ਦੀਆਂ ਗੱਲਾਂ ਕਰ ਲਾਂਗੇ, ਕਾਨੂੰਨ ਚਾਹੀਦਾ, ਕਾਨੂੰਨ ਦੀ ਗੱਲ ਹੋਈ ਸੀ। ਅਸੀਂ ਜਿਹੜਾ 22 ਅਗਸਤ ਨੂੰ ਜੰਤਰ ਮੰਤਰ ਤੇ ਧਰਨਾ ਦੇ ਰਹੇ ਹਾਂ, ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ, ਕਿਉਂਕਿ ਜਿਹੜਾ ਅੱਜ ਗ੍ਰਹਿ ਮੰਤਰਾਲੇ ਦੇ ਮੁੰਡੇ, ਗ੍ਰਹਿ ਮੰਤਰਾਲੇ ਦਾ ਕੈਬਨਿਟ ਮੰਤਰੀ ਆ ਮਿਸ਼ਰਾ ਜੀ ਹੁਣੀ, ਪਰ ਉਹਦਾ ਬੇਟਾ ਜੇਲ੍ਹਾਂ 'ਚ ਚਲੇ ਗਿਆ, ਪਹਿਲਾਂ ਜ਼ਮਾਨਤ ਹੋ ਗਈ ਸੀ।
ਮਿਸ਼ਰੇ ਤੇ ਵੀ ਜਿਹੜਾ ਗ੍ਰਹਿ ਮੰਤਰੀ ਆ ਉਹਨੂੰ ਬਰਖਾਸਤ ਕਰਾਉਣੇ ਦੀ ਸਾਡੀ ਮੰਗ ਆ। ਉਹਨੂੰ ਬਰਖਾਸਤ ਕਰਕੇ ਜੇਲ੍ਹਾਂ 'ਚ ਡੱਕਿਆ ਜਾਵੇ। ਕਿਉਂ ਡੱਕਿਆ ਜਾਵੇ? 120 ਧਾਰਾ 'ਚ ਉਹ ਵੀ ਆਉਂਦਾ ਜੀ। ਜੇ ਉਹਦੇ ਬੇਟੇ ਨੇ ਐਡੀ ਸਿਲੰਤਰ ਰਚ ਕੇ ਸ਼ਰੇਆਮ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ, ਜਿੰਨੇ ਦੋਸ਼ੀ ਉਹ ਆ ਉਹ ਤੇ ਵੱਧ ਦੋਸ਼ੀ ਜਿਹੜਾ ਰਾਜ ਮੰਤਰੀ ਆ ਉਹ ਵੀ ਦੋਸ਼ੀ ਆ। ਇਸ ਕਰਕੇ ਅਸੀਂ 22 ਤਰੀਕ ਨੂੰ ਉਹ ਦੇ ਰਹੇ ਹਾਂ। ਫਿਰ ਦੁਬਾਰਾ ਮੈਂ ਤੁਹਾਨੂੰ 3 ਅਗਸਤ ਦੀ ਕਹਿਣਾ, ਲੋਕਾਂ ਨੂੰ ਅਪੀਲ ਕਰਦਾ, ਪੰਜਾਬ ਦਿਆਂ ਨੂੰ, ਅਸੀਂ ਮਾਫੀ ਚਾਹੁੰਦੇ ਆ। ਸਾਡੀ ਮਜਬੂਰੀ ਆ। ਜੇ ਕਿਸਾਨ ਨੂੰ ਗੰਨੇ ਦੀ ਪੇਮੈਂਟ ਨਹੀਂ ਮਿਲੀ, ਗਾਹਾਂ ਨੂੰ ਗੰਨਾ ਕਿਵੇਂ ਬੀਜੂਗਾ? ਉਹ ਕਿਸਾਨ ਜਿਹਦੀ ਗੰਨੇ ਦੀ ਪੇਮੈਂਟ ਨਹੀਂ ਆਊਗੀ, ਜਿਹਦੀ ਹੁਣ 10,000 ਜਾਂ 20,000 30,000 ਪੇਮੈਂਟ ਨਹੀਂ ਪੈਣੀ, ਤਾਂ ਉਹ ਆਪ ਦੇ ਬੱਚਿਆਂ ਦੀਆਂ ਫੀਸਾਂ ਕਿੱਥੇ ਭਰੂ ਯਾਰ? 8-8 ਮਹੀਨੇ ਹੋ ਗਏ ਗੰਨਾ ਵੇਚੇ ਨੂੰ, ਤੇ ਆਪ ਦੇ ਜੇ ਕਿਸੇ ਪਰਿਵਾਰ ਦਾ ਇਲਾਜ ਕਰਾਉਣਾ ਕਿੱਥੇ ਜਾਣ? ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ 3 ਤਰੀਕ ਨੂੰ ਸਾਡਾ ਸਾਥ ਦਿੱਤਾ ਜਾਵੇ। ਹਾਂ, ਐਮਰਜੈਂਸੀ ਬਿਲਕੁਲ ਸੇਵਾਵਾਂ ਉਵੇਂ ਚਾਲੂ ਰੱਖਾਂਗੇ। ਜਿਵੇਂ ਐਂਬੂਲੈਂਸ ਵਗੈਰਾ ਹੋ ਕੋਈ ਐਮਰਜੈਂਸੀ ਹੋਗੀ, ਉਹਦਾ ਬਿਲਕੁਲ ਧਿਆਨ ਰੱਖਿਆ ਜਾਊਗਾ। ਪਰ ਆਪਣੇ ਹੱਕ ਲੈ ਕੇ ਬਿਲਕੁਲ ਉਠਾਂਗੇ। ਅਣਮਿੱਥੇ ਲਈ ਸਮੇਂ ਲਈ ਇਹ ਧਰਨੇ ਦਿੱਤੇ ਜਾਣਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ, ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗੰਨੇ ਦੀ ਪੇਮੈਂਟ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਧਰਨੇ ਜਿਹੜੇ ਨੇ ਦਿੱਤੇ ਜਾਣਗੇ। ਐਲੀਗੇਸ਼ਨ ਵੱਡੇ ਕਿਸਾਨ ਆਗੂਆਂ ਤੇ ਵੀ ਲੱਗੇ ਨੇ ਕਿ ਉਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ, ਨਿੱਜੀ ਹਿੱਤਾਂ ਦੇ ਲਈ ਜਿਹੜਾ ਦਿੱਲੀ ਦਾ ਮੋਰਚਾ ਜੋ ਚੱਲ ਰਿਹਾ ਸੀ ਉਸ ਨੂੰ ਖਤਮ ਸਮੇਂ ਤੋਂ ਪਹਿਲਾਂ ਕਰ ਦਿੱਤਾ। ਪਰ ਇਹਨਾਂ ਐਲੀਗੇਸ਼ਨਸ ਦੇ ਵਿੱਚ ਕਿੰਨੀ ਕੁ ਸੱਚਾਈ ਆ, ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ, ਜਾਂ ਜਦੋਂ ਕਿਸਾਨ ਆਗੂਆਂ ਦੇ ਵੱਲੋਂ ਸਪਸ਼ਟੀਕਰਨ ਕੋਈ ਆਉਂਦਾ ਤਾਂ ਉਹੀ ਦੱਸ ਸਕਦੇ ਨੇ। ਪਰ ਹੁਣ 3 ਤਰੀਕ ਨੂੰ ਤੇ 22 ਤਰੀਕ ਨੂੰ ਵੱਡੀਆਂ ਕਾਲਸ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਉਹਨਾਂ ਦੇ ਆਗੂ ਸਾਹਿਬਾਨਾਂ ਦੇ ਵੱਲੋਂ ਦੇ ਦਿੱਤੀਆਂ ਗਈਆਂ ਨੇ। ਕੀ ਹੁਣ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਦੁਬਾਰਾ ਸੰਯੁਕਤ ਕਿਸਾਨ ਮੋਰਚੇ ਦੇ ਇਹਨਾਂ ਕਿਸਾਨ ਆਗੂਆਂ ਤੇ ਭਰੋਸਾ ਕਰਨਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਸਹਿਯੋਗੀ ਗੁਰਪ੍ਰੀਤ ਸਿੰਘ ਦੇ ਨਾਲ ਸੰਸਾਰਦੀਪ ਸਿੰਘ, ਰੂਪਨਗਰ।